We welcome you to listen to God's word today. ਔਰ ਅਸੀਂ ਸਭ ਨੂੰ ਪ੍ਰਭੂ ਯਿਸੂ ਮਸੀਹ ਦੇ ਪਵਿੱਤਰ ਨਾਮ 'ਚ ਵੈਲਕਮ ਕਰਦੇ ਹਾਂ ਪ੍ਰਭੂ ਦੇ ਵਚਨ ਨੂੰ ਸੁਣਨ ਲਈ। We thank God for His protection and His provision in all of us and all of our families, even through this lockdown season. ਔਰ ਪ੍ਰਭੂ ਯਿਸੂ ਮਸੀਹ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਉਹਦੀ ਮਹਾਨ ਕਿਰਪਾ ਲਈ, ਸੁਰੱਖਿਆ ਲਈ ਇਸ ਲੋਕਡਾਊਨ ਦੇ ਸਮੇਂ ਤੇ। This is the day the Lord has made. ਔਰ ਅੱਜ ਦਾ ਦਿਨ ਪ੍ਰਭੂ ਨੇ ਸਾਡੇ ਜੀਵਨ ਲਈ ਬਣਾਇਆ ਹੈ। We will rejoice and be glad in it. ਔਰ ਅਸੀਂ ਇਸ ਵਿੱਚ ਖੁਸ਼ ਰਹਾਂਗੇ ਔਰ ਆਨੰਦਿਤ ਰਹਾਂਗੇ। And we welcome you to listen to God's word on this Sunday. ਔਰ ਅੱਜ ਸੰਡੇ ਦੇ ਦਿਨ ਪ੍ਰਭੂ ਦੇ ਵਚਨ ਨੂੰ ਸੁਣਨ ਲਈ ਅਸੀਂ ਸਭ ਨੂੰ ਜੀ ਆਇਆਂ ਆਖਦੇ ਹਾਂ, ਖੁਸ਼ਾਮਦੀਦ ਕਰਦੇ ਹਾਂ, ਵੈਲਕਮ ਕਰਦੇ ਹਾਂ। Those who are regular worshippers at Southall Church of God and those who are listening to us from different parts of the world. ਔਰ ਜੋ ਸਾਊਥਲ ਚਰਚ ਆਫ ਗॉड ਦੇ ਰੈਗੂਲਰ ਮੈਂਬਰਸ ਨੇ ਔਰ ਜੋ ਸਾਨੂੰ ਦੂਸਰੀ ਜਗ੍ਹਾ ਤੋਂ ਸੁਣ ਰਹੇ ਨੇ, ਸਭਨਾਂ ਨੂੰ ਅਸੀਂ ਵੈਲਕਮ ਕਰਦੇ ਹਾਂ। And we welcome all of you to listen to God's word today. ਔਰ ਸਭਨਾਂ ਨੂੰ ਵੈਲਕਮ ਤਾਂ ਕਿ ਅਸੀਂ ਪ੍ਰਭੂ ਦਾ ਵਚਨ, ਪਰਮੇਸ਼ਰ ਦਾ ਵਚਨ ਸੁਣੀਏ। For our meditation today, let's turn to the book of Galatians chapter 3. ਔਰ ਅੱਜ ਦਾ ਵਚਨ ਗਲਾਤੀਆਂ ਦੀ ਕਿਤਾਬ ਉਸ ਦਾ ਤੀਸਰਾ ਚੈਪਟਰ ਚੋਂ ਲਿਆ ਗਿਆ ਹੈ। And we look from verses 26 to 29. ਔਰ 26 ਤੋਂ 29 ਜਿਹੜੀਆਂ ਵਰਸਸ ਨੇ ਅਸੀਂ ਬਾਈਬਲ ਚੋਂ ਅਸੀਂ ਦੇਖਣ ਜਾ ਰਹੇ ਹਾਂ। Paul the apostle is writing to the believers in Galatia. ਔਰ ਸੰਤ ਪੌਲੁਸ ਨੇ ਇੱਕ ਖਾਤ ਗਲਾਤੀਆਂ ਦੇ ਚਰਚ ਨੂੰ, ਕਲੀਸਿਆ ਨੂੰ ਲਿਖਿਆ ਹੈ। And he is emphasizing something very important I'm going to talk about today. ਔਰ ਪੌਲੁਸ ਇੱਕ ਖਾਸ ਗੱਲ ਜਿਹੜੀ ਹੈ ਚਰਚ ਨੂੰ ਲਿਖ ਰਿਹਾ ਹੈ, ਜਿਹਦੇ ਬਾਰੇ ਅੱਜ ਤੁਹਾਨੂੰ ਅਸੀਂ ਦੱਸ ਰਹੇ ਹਾਂ। But let's read from verse 26 of chapter 3 of Galatians. ਔਰ ਗਲਾਤੀਆਂ ਦੀ ਕਿਤਾਬ ਤੀਸਰਾ ਚੈਪਟਰ ਔਰ ਉਸ ਦੀ 29 ਆਇਤ ਤੋਂ ਅਸੀਂ ਪੜਾਂਗੇ। Verse 26 says, For you are all sons of God through faith in Christ Jesus. ਔਰ ਮਸੀਹ ਯਿਸੂ ਤੇ ਵਿਸ਼ਵਾਸ ਕਰਨ ਦੇ ਵਸੀਲੇ ਤੁਸੀਂ ਸਭ ਪਰਮੇਸ਼ਰ ਦੇ ਪੁੱਤਰ ਧੀਆਂ ਹੋ। For as many of you as were baptized into Christ have put on Christ. ਔਰ ਜਿਨ੍ਹਾਂ ਨੇ ਮਸੀਹ ਯਿਸੂ ਮਸੀਹ ਦੇ ਨਾਮ ਤੇ ਬਪਤਿਸਮਾ ਲਿਆ, ਤੁਸੀਂ ਯਿਸੂ ਮਸੀਹ ਨੂੰ ਪਹਿਨ ਲਿਆ। Look at verse 28. ਔਰ 28 ਵਰਸ ਵਿੱਚ ਕੀ ਲਿਖਿਆ ਹੈ? There is neither Jew nor Greek, there is neither slave nor free, there is neither male nor female, for you are all one in Christ Jesus. ਔਰ ਮਸੀਹ ਯਿਸੂ ਵਿੱਚ ਅਸੀਂ ਸਭ ਮਿਲ ਕੇ ਇੱਕ ਹਾਂ, ਨਾ ਯੂਨਾਨੀ ਹੈ, ਨਾ ਗਰੀਕ ਹੈ, ਨਾ ਯਹੂਦੀ ਹੈ, ਨਾ ਯੂਨਾਨੀ ਹੈ, ਸਭ ਮਤਲਬ ਇੱਕ ਹਾਂ ਮਸੀਹ ਵਿੱਚ ਅਸੀਂ। I finish with verse 29. And if you are Christ, then you are Abraham's seed and heirs according to the promise. ਔਰ ਅਗਰ ਤੁਸੀਂ ਮਸੀਹ ਵਿੱਚ ਹੋ, ਤੁਸੀਂ ਅਬਰਾਹਮ ਦੀ ਸੰਤਾਨ ਹੋ ਔਰ ਮਸੀਹ ਦੇ ਪੁੱਤਰ ਧੀਆਂ ਹੋ। We pray the Lord will bless the reading of His word and the proclamation of His word. ਔਰ ਪ੍ਰਭੂ ਯਿਸੂ ਮਸੀਹ ਆਪਣੇ ਵਚਨ ਦੇ ਪੜ੍ਹੇ ਔਰ ਸੁਣੇ ਜਾਣ ਉੱਪਰ ਬਹੁਤ ਸਾਰੀ ਆਸ਼ੀਸ਼ ਔਰ ਬਲੇਸਿੰਗ ਦੇਵੇ। The title of the message today is Living Differently with Our Own Differences. ਔਰ ਅੱਜ ਦਾ ਜੋ ਵਚਨ ਹੈ ਕਿ ਸਾਡਾ ਜੀਵਨ ਇੱਕ ਵੱਖਰੇ ਤਰੀਕੇ ਦਾ ਹੋਣਾ ਚਾਹੀਦਾ, ਭਾਵੇਂ ਅਸੀਂ ਇੱਕ ਵੱਖਰੀ ਤਰ੍ਹਾਂ ਦੀ ਦੁਨੀਆ ਜਾਂ ਵਿਚਾਰਾਂ ਵਿੱਚ ਵਸਦੇ ਹਾਂ। First of all, let's look at the word difference. ਔਰ ਪਹਿਲਾ ਜਿਹੜਾ ਇੰਗਲਿਸ਼ ਦਾ ਲਫ਼ਜ਼ ਹੈ different means ਭਿੰਨ ਭੇਦ, ਉਹਦੇ ਬਾਰੇ ਸਿੱਖੋ। A difference means it's a point or a way in which people or things are dissimilar. ਔਰ ਕਹਿਣ ਦਾ ਮਤਲਬ ਭਿੰਨ ਭੇਦ ਦਾ ਮਤਲਬ ਜਿੱਥੇ ਲੋਕ ਇੱਕ ਜਗ੍ਹਾ ਤੇ ਰਹਿੰਦੇ ਨੇ ਲੇਕਿਨ ਉਹਦੇ ਵਿਚਾਰ ਵਟਾਂਦਰੇ ਵੱਖ-ਵੱਖ ਨੇ। Another dictionary says the way in which two or more things which you are comparing are not the same. ਔਰ ਦੂਸਰੇ ਲਫ਼ਜ਼ਾਂ 'ਚ ਜਿੱਥੇ ਦੋ ਜਾਂ ਤਿੰਨ ਜਿਹੜੀਆਂ ਗੱਲਾਂ ਨੂੰ ਅਸੀਂ ਡਿਸਕਸ ਕਰ ਰਹੇ ਹਾਂ, ਜਿਨ੍ਹਾਂ ਦਾ ਵਿਚਾਰ ਵਟਾਂਦਰਾ ਕਰ ਰਹੇ ਹਾਂ, ਉਹ ਸਭਨਾਂ ਦੇ ਖਿਆਲ ਮੁਤਾਬਕ ਇੱਕ ਨਹੀਂ ਹਨ, ਵੱਖਰੀਆਂ ਨੇ। Every individual has something that differentiates it from another. ਦੂਸਰੇ ਲਫ਼ਜ਼ਾਂ ਵਿੱਚ ਹਰ ਇਨਸਾਨ ਦੇ ਅੰਦਰ ਇੱਕ ਖਿਆਲ, ਵਿਚਾਰ ਹੈ ਜੋ ਦੂਸਰੇ ਦੇ ਵਿਚਾਰਾਂ ਨਾਲ ਨਹੀਂ ਮਿਲਦਾ, ਉਹ ਵੱਖਰਾ ਹੈ। We are living in a different world. ਇਸੇ ਤਰ੍ਹਾਂ ਅਸੀਂ ਇਸ ਜ਼ਮਾਨੇ 'ਚ ਦੁਨੀਆ 'ਚ ਇੱਕ ਵੱਖਰੀ ਤਰ੍ਹਾਂ ਦੀ ਦੁਨੀਆ 'ਚ And ਜ਼ਿੰਦਗੀ ਜੀ we ਰਹੇ ਹਾਂ। all have differences uniquely to ourselves. ਔਰ ਖਾਸ ਕਰਕੇ ਸਾਡੇ ਵਿਚਾਰਾਂ ਨਾਲੋਂ ਦੂਸਰਿਆਂ ਦੇ ਵਿਚਾਰ ਵੱਖਰੇ ਨੇ। Human life itself has to face many challenges and many different circumstances. ਔਰ ਇਸੇ ਕਾਰਨ ਇਨਸਾਨ ਦੇ ਜੀਵਨ 'ਚ ਬਹੁਤ ਸਾਰੀਆਂ ਚੁਣੌਤੀਆਂ ਆਉਂਦੀਆਂ ਨੇ ਔਰ ਇਹਨਾਂ ਭਿੰਨ ਭੇਦਾਂ ਦੇ ਵਿੱਚ ਜ਼ਿੰਦਗੀ ਜੀਣ ਨੂੰ ਇੱਕ ਚੁਣੌਤੀ ਮਿਲਦੀ ਹੈ। Man is a social being and cannot live in isolation or can be an island. ਔਰ ਇਨਸਾਨ ਇੱਕ ਸਮਾਜਿਕ ਇਨਸਾਨ ਹੈ, ਇਸ ਕਰਕੇ ਉਹ ਉਜਾੜ ਵਿੱਚ ਨਹੀਂ ਜ਼ਿੰਦਗੀ ਜੀ ਸਕਦਾ। Man has to live with all kinds of people. ਔਰ ਦੂਸਰੇ ਲਫ਼ਜ਼ਾਂ 'ਚ ਪਰਮੇਸ਼ਰ ਨੇ ਇਨਸਾਨ ਨੂੰ ਬਣਾਇਆ, ਇਨਸਾਨ ਇਨਸਾਨਾਂ ਵਿੱਚ ਰਹਿੰਦਾ ਹੈ ਜਿਨ੍ਹਾਂ ਦੇ ਵਿਚਾਰ ਵੱਖਰੇ ਵੱਖਰੇ ਨੇ। With good people and with bad people. ਅੱਛੇ ਲੋਕ ਨੇ, ਭਲੇ ਲੋਕ ਨੇ, ਬੁਰੇ ਲੋਕ ਨੇ। Cultured people and not so cultured people. ਔਰ ਕਈ ਸੱਭਿਆਚਾਰਕ ਲੋਕ ਨੇ, ਕਈ
बगैर सभ्याचार तो लोग ने, educated people and not so highly educated people. और पढ़ाई लिखाई कीते हुए लोग और बगैर किसी शिक्षा पाए हुए लोग। We may have to live with healthy people and maybe disabled people. और कई बारी सानू एक तंदुरुस्त लोगों नाल जिंदगी बतीत करने मिलती है, कई बारी डिसेबल्ड लोगों नाल जिंदगी बतीत करने मिलती है। We have to live with spirit-filled people and not so spirit-filled people. और कई बारी आत्मक लोगों नाल, रूहानी लोगों नाल, कई बारी शारीरिक और जिस्मानी लोगों नाल जिंदगी जीने नू वक्त मिलता है। There are some who are emotionally drained in our communities. Some are very strong people. और दूसरे लफ्ज़ साडे समाज विच एहो जे लोग ने जिहड़े भावनिक तौर ते बड़े मजबूत ने, और एहो जे लोग ने जिहड़े भावनिक तौर ते बड़े खाली हो चुके ने। There are some people among us, they are culturally diverse, they don't mind whichever culture they attach to, but some are very focused on the culture. और कई लोगों का सभ्याचार, वो अपने सभ्याचार दीयां दीवारां विच रहना चाहुंदे ने, कई लोग अपने सभ्याचार तो बाहर रह के दूसरे लोगों नाल मिल सकदे ने। We have to live with Christians and non-Christians. दूसरे लफ्ज़ खुदा दे लोग हुंदे होए सानू मसीह लोगां नाल और गैर मसीह लोगां नाल जिंदगी जीउण नू वक्त मिलेगा। We have to live with religious people and non-religious people. धार्मिक लोगां नाल और अधार्मिक लोगां नाल, हर तरह दे इंसान नाल सानू जीवन इस धरती ते बतीत करना पवेगा। Sometimes it is very difficult to live with people with the differences. पर मुश्किल दी गल है भैणो प्रभु कि दूसरे लोगां दे जिन्हां दे ख्याल साडे नाल वखरे हन, उन्हां नाल जिंदगी जीना मुश्किल हो जांदा है। But as believers in Jesus, God has called us to live with all kinds of differences among the people. लेकिन मसीह यीशु में विश्वासी होते हुए आसी सबना लोगों ना मिलना रहेगा, रहना पड़ेगा। The American author by the name of Mark Twain said this. और एक अमेरिकन विद्वान है मार्क ट्वेन, उसने इस प्रकार आख्या। He said he put a dog and a cat in a cage together as an experiment. और इस विद्वान ने एक तजर्बे ली कि कुत्ते नु एक बिल्ली नु एक पिंजरे विच रख लिया एक साथ, just to see how this dog and this cat will survive in that cage. और ये रब दा बंदा देखना चाहता सी कि दोवें जेड़े जीव ने किस तरह एक पिंजरे च रह सकणगे। And they survived. And they survived. और दोनों ने सरवाइव किया और बचे रहे। So he put in next a bird, a pig and a goat. और अगला तजर्बा उसने क्या, एक सूर नु एक बकरी नु उन्हें एक पिंजरे च रख लिया। And these two also got along after few adjustments in their lives. और उन्होंने बिहेवियर विच थोड़ी एडजस्टमेंट तो करने तो बाद ये दोवें जीव ठीक ठाक रहे। Then he said, then he put a Baptist, a Presbyterian and a Catholic. फिर उन्हें तीन क्रिश्चियन लोग जो वख-वख डिनोमिनेशन तो आए ने, कैथोलिक और पेंटिकॉस्ट लालो जो भी उन्होंने एक जगह पे रखा। Soon there was not much life left in that cage. और जानन विच आया कि उस पिंजरे विच कोई ज्यादा जिंदगी नहीं सी रह गई थोड़ी देर तो बाद। See, we as Christians sometimes we forget, how to adjust to live with people who have differences. सुनो, समझन दी गल है कि इंसाना विच इतनी हिम्मत नहीं है कि एक दूसरे नाल मिल के विचार वटांदरा रह सकन। Even the 12 disciples of Jesus argued among themselves. और प्रभु यीशु मसीह दे 12 शागिर्द 12 चेले भी अक्सर एक दूसरे नाल वाद विवाद करदे सन। And they argued while Jesus was still with them. और उदों भी उन्हां दे विच भिन्न भेद सी जदों यीशु मसीह अपने चेलियां नाल जमीन ते धरती ते। Brothers and sisters, we are living in a world with varieties and divisions and differences. भैणो प्रभु इस ज़माने संसार विच उन्हां लोगां नाल जिंदगी जी रहे हैं जिन्हां दे ख्याल वखरे ने, जिन्हां दी सोसाइटी वखरी है, जिन्हां दा सभ्याचार वखरा है। No two persons are alike. और कोई भी दुनिया च एहो जे दो लोग इक्को जहे नहीं जिन्हां दे विचार मिलदे होण। Even the twins born in a family, in a house, they are also different. और एक घर विच दो बच्चे ट्विन होण, वो भी इक्को जहे नहीं, उन्हां दी आदतां भी वखरियां होणगियां। There are many nations in our world with different backgrounds and ethnic origin of people in those nations. और इसी प्रकार इस दुनिया दी कौमां ने, मुल्क ने, देश ने, दो देश उन्हां दे लोग इक्को जहे नहीं होणगे। Korea is divided in North Korea and South Korea. जिवें कोरिया है वो एक मुल्क है, देश है, उस विच वंड पई है, नॉर्थ कोरिया, साउथ कोरिया। Bengali people are divided into Bangladesh and West Bengal. और वेस्ट बंगाल, बांग्लादेश एक मुल्क, उहदे च दो तरह दे लोग ने। South Africa is divided between black and white. और साउथ अफ्रीका जिहड़ा है एक काले रंग वाले लोग, एक गोरे रंग वाले लोगां च वंडिया होया है। In Northern Ireland, the division is between the Catholic and the Protestants. और नॉर्दर्न आयरलैंड प्रोटेस्टेंट्स एंड कैथोलिक विच
ਵੱਖਰੇ ਵੱਖਰੇ ਇੱਕ ਫੁੱਟ ਹੈ, ਵੰਡ ਹੈ। In North India, the division once upon a time was between the Muslims and the Hindus. ਔਰ ਨਾਰਥ ਇੰਡੀਆ ਵਿੱਚ ਵੀ ਇੱਕ ਡਿਵੀਜ਼ਨ ਸੀ, ਇੱਕ ਵੰਡ ਸੀ ਹਿੰਦੂਆਂ ਦੇ ਵਿੱਚ ਤੇ ਮੁਸਲਮਾਨਾਂ ਵਿੱਚ। In Sri Lanka, the division once upon a time was between the Sinhalese and the Tamils. ਔਰ ਸ਼੍ਰੀਲੰਕਾ ਵਿੱਚ ਸਿੰਗਲੀ ਐਂਡ ਤਾਮਿਲ ਲੋਕਾਂ ਵਿੱਚ ਫੁੱਟ ਸੀ, ਵੰਡ ਸੀ। In Europe, often the division is all the European countries together against Britain. ਔਰ ਯੂਰਪ ਵਿੱਚ ਵੀ ਇੱਕ ਵੰਡ ਹੈ, ਜਿਵੇਂ ਇੱਕ ਗ੍ਰੇਟ ਬ੍ਰਿਟਨ ਹੈ, ਯੂਰਪੀਅਨ ਕੰਟਰੀ ਨੇ, ਇਹਨਾਂ ਵਿੱਚ ਮਿਲ ਕੇ ਇਸ ਮੁਲਕ ਦੇ ਵਿਰੁੱਧ ਨੇ। Even Britain has 4 different provinces, or we can say 4 different nationalities. ਔਰ ਈਵਨ ਇਸ ਮੁਲਕ ਵਿੱਚ, ਦੇਸ਼ ਵਿੱਚ, ਗ੍ਰੇਟ ਬ੍ਰਿਟਨ ਵਿੱਚ 4 ਪ੍ਰੋਵਿੰਸ ਨੇ, ਵੱਖ-ਵੱਖ ਇਲਾਕੇ ਨੇ। There are English, Scottish, Welsh and Irish. ਅਸੀਂ ਜਾਣਦੇ ਹਾਂ ਇੰਗਲੈਂਡ ਹੈ, ਸਕਾਟਲੈਂਡ ਹੈ, ਵੇਲਸ਼ ਹੈ, ਆਇਰਲੈਂਡ ਹੈ। There are different political parties in England. ਔਰ ਇੰਗਲੈਂਡ ਦੇ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਰਾਜਨੀਤਿਕ ਪਾਰਟੀਆਂ ਨੇ। United Kingdom has Conservative Party, Labour Party, Liberal Democratic and Green, Independent, UKIP, all kinds of parties are ਔਰ here. ਬਹੁਤ ਸਾਰੀਆਂ ਪਾਰਟੀਆਂ ਨੇ, ਲੇਬਰਸ ਨੇ ਜਾਂ ਜਿਹੜੀ ਆ ਹੋਰ ਤਰ੍ਹਾਂ ਦੀਆਂ ਪਾਰਟੀਆਂ ਨੇ, ਤੁਸੀਂ ਦੇਖ ਸਕਦੇ ਹੋ। ਇਸ ਤਰ੍ਹਾਂ ਵੱਖ-ਵੱਖ ਪਾਰਟੀਆਂ ਨੇ। See, there are a lot of differences in United Kingdom itself. ਪਰ ਇੱਕ ਮੁਲਕ ਜੋ ਸਾਡਾ ਦੇਸ਼ ਹੈ, ਯੂਨਾਈਟਿਡ ਕਿੰਗਡਮ, ਇਹਦੇ ਵਿੱਚ ਵੀ ਬਹੁਤ ਸਾਰੇ ਵੱਖ-ਵੱਖ ਭਿੰਨ ਭੇਦ ਨੇ। Then again, people are divided over a number of issues. ਔਰ ਅਕਸਰ ਲੋਕ ਵੱਖ-ਵੱਖ ਵਿਸ਼ਿਆਂ ਤੋਂ, ਇਸ਼ੂਜ਼ ਤੋਂ ਉਹ ਵੱਖ-ਵੱਖ ਨੇ। They have differences of opinion about economy and politics in this country. ਔਰ ਇਸ ਮੁਲਕ ਵਿੱਚ ਲੋਕਾਂ ਦੇ ਅੰਦਰ ਵੱਖ-ਵੱਖ ਵਿਚਾਰ ਨੇ, ਰਾਜਨੀਤਿਕ ਪੋਲਿਟਿਕਸ ਵਿਚਾਰ ਜਾਂ ਦੂਸਰੀ ਤਰ੍ਹਾਂ ਦੇ ਵਿਚਾਰ ਅਲੱਗ ਨੇ। How about health care and education? Nobody agrees together. ਔਰ ਜਿਵੇਂ ਹੈਲਥ ਕੇਅਰ ਹੈ ਜਾਂ ਐਜੂਕੇਸ਼ਨ ਡਿਪਾਰਟਮੈਂਟ ਹੈ, ਉਹਦੇ ਵਿੱਚ ਵੀ ਵੱਖ-ਵੱਖ ਵਿਚਾਰ ਨੇ, ਐਗਰੀ ਨੇ। People differ on immigration and climate change. ਔਰ ਇਮੀਗ੍ਰੇਸ਼ਨ ਦੇ ਵੱਖ-ਵੱਖ ਭਿੰਨ ਭੇਦ ਨੇ, ਉਹਨਾਂ 'ਚ ਡਿਫਰੈਂਟ ਕਾਇਦੇ ਕਾਨੂੰਨ ਨੇ। And the abortion, people are not agreeing on. ਔਰ ਅਸੀਂ ਜਾਣਦੇ ਹਾਂ ਅਬੋਰਸ਼ਨ ਦੇ ਵਿਚਾਰਾਂ ਵਿੱਚ ਵੀ ਮੁਲਕ ਵਿੱਚ ਵੱਖ-ਵੱਖ ਵਿਚਾਰ ਨੇ। And the gender, male and female, there are lots of disagreements about that. ਔਰ ਮਰਦਾਂ ਵਿੱਚ, ਔਰਤਾਂ ਦੇ ਖਿਆਲਾਂ ਵਿੱਚ ਵੱਖ-ਵੱਖ ਵਿਚਾਰ ਨੇ। People are different in their own languages, in the geography, race, skin and color. ਔਰ ਲੋਕ ਆਪਣੀ ਬੋਲੀ ਵਿੱਚ, ਆਪਣੇ ਰੰਗ ਰੂਪ ਵਿੱਚ, ਆਪਣੀ ਭਾਸ਼ਾ ਵਿੱਚ, ਆਪਣੇ ਸਵਾਦਾਂ ਵਿੱਚ ਵੱਖ-ਵੱਖ ਤਰੀਕੇ ਨਾਲ ਵੱਖਰੇ ਨੇ। Even COVID-19 has separated us. ਔਰ ਅਸੀਂ ਜਾਣਦੇ ਹਾਂ ਜਿਹੜੀ ਇਹ ਵਬਾ ਹੈ, ਬਿਮਾਰੀ ਹੈ COVID-19, इसने लोगों को एक दूसरे तो अलग कर देता है। Those who are positive and those who are negative. कई लोगों को पॉजिटिव है, कई लोगों को नेगेटिव है। Brothers and sisters, the world is full of differences. पर प्रभु साडी दुनिया, साडा जहान, साडा जमाना वक-वक है। There are many different organizations. वक-वक संस्थावां ने दुनिया विच। When you look at the Christian church, it seems that is also divided. और जो एक मसीही कलीसिया है, उस विच भी एक वंड है, एक फुट है, एक वटांदरा है। According to one study, there are 41,000 Christian denominations in the world. एक शिक्षा दे मुताबिक 41,000 तो ਵੱਧ मसीह लोगां दियां डिनोमिनेशंस ने, वक-वक डिनोमिनेशंस। And these groups may not always be fighting each other, no. और मान लो हो सकता है जिन्ने भी ग्रुप ने डिनोमिनेशंस एक दूसरे ना सहमत ना होण, लड़ाई झगड़ा कर सकते हैं। In fact, many of them working together in the unity and in harmony. और अक्सर बहुते जाने इन्हां ग्रुपां विच एक दूसरे ना एकता, एक मन होके काम कर सकते ने, करदे ने। But the fact that we have such diversion in Christianity speaks of disunity rather than harmony. पर मुक्कदी गल है इन्हां भिन्न भेदां दे बावजूद भी साडे विच एकता होनी चाहिदी है। The Apostle Paul had a falling out with Barnabas over the issue of John Mark. और पवित्र बाइबल लिखा है पौलुस दी बारनबास दे विषय विच बारनबास दे नाल मिलके मार्क दे बारे च एक बारी वखरे विचार आ गए। Barnabas wanted to take John Mark with him to the mission trip. और पवित्र बाइबल लिखा है कि बारनबास चाहता सी कि मार्क नु मिशन ट्रिप ते नाल लेके जाए। And Paul was different in his opinion. He said no, he left halfway, we can't take him anymore. और पौलुस दा विचार सी नहीं, ये आदमी अद्धे मिशन ते छड़ के चला गया सी, इसलिए ਅਸੀਂ ਇਸ ਨੂੰ ਨਾਲ ਨਹੀਂ ले जा सके। The Apostle Paul had a hard time with some of the early Christians, especially the church in Corinth. और कोरिन्थिया दे चर्च विच संत पौलुस ਨੂੰ बहुत ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਚੈਲੰਜ ਦਾ। It broke his heart when he heard about the disputes and the divisions in the church in Corinth. और ਲਿਖਿਆ ਹੈ ਕੋਰਿੰਥੀਆ ਦਾ ਚਰਚ ਜਿਹੜਾ ਸੀ, ਪੌਲੁਸ ਦਾ ਦਿਲ ਟੁੱਟ ਗਿਆ ਜਦੋਂ ਨੇ ਲੋਕਾਂ ਵਿੱਚ ਭਿੰਨ ਭੇਦ ਦੇਖੇ ਚਰਚ ਵਿੱਚ।
Brothers and sisters, local church groups, they can choose to worship in different styles. ਪਰ ਪ੍ਰਭੂ ਇੱਕ ਜਿਹੜਾ ਲੋਕਲ ਚਰਚ ਹੈ, ਲੋਕਲ ਕਲੀਸਿਆ ਹੈ, ਉਹ ਪ੍ਰਭੂ ਦੀ ਇਬਾਦਤ ਆਪਣੇ ਆਪਣੇ ਤਰੀਕੇ ਨਾਲ ਕਰ ਸਕਦੇ ਨੇ। They may hold different views about church leadership. ਸ਼ਾਇਦ ਚਰਚ ਦੇ ਜਿਹੜੇ ਲੀਡਰਸ ਨੇ ਉਹਨਾਂ ਬਾਰੇ ਉਹਨਾਂ ਦੇ ਆਪਣੇ ਆਪਣੇ ਵਿਚਾਰ ਹੋਣਗੇ। They may have different views on the theology they believe. ਜੋ ਥਿਓਲੋਜੀ ਹੈ, ਪ੍ਰਭੂ ਦੀ ਸਿੱਖਿਆ ਹੈ, ਉਹਦੇ ਬਾਰੇ ਵੱਖਰੇ ਵੱਖਰੇ ਖਿਆਲ ਹੋ ਸਕਦੇ ਨੇ। Some may be Calvinistic, some may be Arminian, some may be charismatic. ਔਰ ਵੱਖਰੇ ਵੱਖਰੇ ਤਰ੍ਹਾਂ ਦੇ ਲੋਕ ਨੇ, ਕਈ ਚਮਤਕਾਰਾਂ 'ਚ ਵਿਸ਼ਵਾਸ ਕਰਨਗੇ, ਕਈ ਮੌਜਿਆਂ 'ਚ, ਕਈ ਜ਼ੁਬਾਨ ਬੋਲਣ 'ਚ, ਕਈ ਨੌਨ ਜ਼ੁਬਾਨ ਬੋਲਣ 'ਚ, ਤਰ੍ਹਾਂ ਤਰ੍ਹਾਂ ਦੇ ਵੱਖ-ਵੱਖ ਖਿਆਲ ਹੋਣਗੇ। But something that binds us together is that Jesus Christ is a center of our faith. ਪਰ ਕਿਹੜੀ ਗੱਲ ਸਾਨੂੰ ਇੱਕ ਸਾਥ ਇੱਕ ਬਣਾਉਂਦੀ ਹੈ? ਯਿਸੂ ਮਸੀਹ ਸਾਡੀ ਜ਼ਿੰਦਗੀ ਦਾ ਮੁੱਖ ਸੈਂਟਰਲ ਹਿੱਸਾ ਹੈ। All Christians everywhere believe that Jesus came as a savior of the world. ਔਰ ਜਿੰਨੇ ਵੀ ਮਸੀਹ ਲੋਕ ਨੇ ਦੁਨੀਆ 'ਚ, ਅਸੀਂ ਜਾਣਦੇ ਹਾਂ ਕਿ ਯਿਸੂ ਮਸੀਹ दुनिया का मुक्तिदाता, जीवन दाता है। The message of the Bible is one of reconciliation. और बाइबल दा जो पैगाम है, संदेश है, वो है पिता नाल मिलाप, समझौते दा। Differences are fine. हो सकता है कि साडे मतभेद वखरे वखरे हैं, it's okay. Distinctions are okay with people. और साडे विचार, ख्याल, सभ्याचार, कल्चर वखरे लोगां च कोई गल नहीं। Our differences must not divide us. पर साडियां इन्हां गल्लां दे नाल साडे एक आत्मिक जीवन च फुट नहीं पैनी चाहिए। God is a God of variety. That's why He made all of us different. और प्रभु जिहड़ा साडा प्रभु है, वो वैरायटी दा प्रभु है। But that's why He wanted to bring us together in the church, the body of Christ, as one in Him. इसी कारण खुदा ने यीशु मसीह अपनी बॉडी नु बदन नु मिलाया, भावें ਅਸੀਂ ਵੱਖ-ਵੱਖ ਜਗ੍ਹਾ ਤੋਂ ਆਏ ਹਾਂ, ਸਾਨੂੰ ਇੱਕ ਬਣਾਇਆ। I want to speak today about 4 things in this matter. ਅੱਜ ਇਸ ਵਿਸ਼ੇ ਤੇ ਮੈਂ 4 ਗੱਲਾਂ ਬਾਈਬਲ ਚੋਂ ਤੁਹਾਨੂੰ ਸਿਖਾਉਣ ਜਾ ਰਿਹਾ ਹਾਂ। Why differences are okay. ਕਿਉਂ ਅਗਰ ਸਾਡੇ ਵਿੱਚ ਵੱਖ-ਵੱਖ ਭਿੰਨ ਭੇਦ ਨੇ, okay, कोई गल नहीं। We believe in unity but not uniformity, in the sense that we want oneness but not all as the same. ਪਰ ਅਸੀਂ ਚਾਹੁੰਦੇ ਹਾਂ ਕਿ ਸਾਡੇ 'ਚ ਏਕਤਾ ਹੋਣੀ ਚਾਹੀਦੀ ਹੈ, ਭਾਵੇਂ ਸਾਡੇ ਵਿੱਚ ਵੱਖ-ਵੱਖ ਜਿਹੜੇ ਸਾਡੇ ਸੱਭਿਆਚਾਰ ਨੇ, ਪਰ ਇਹਦੇ ਬਾਵਜੂਦ ਵੀ ਅਸੀਂ ਇੱਕ ਬਣ ਸਕਦੇ ਹਾਂ। Let's look at Galatians 3:28 once again. ਗਲਾਤੀਆਂ ਦੀ ਕਿਤਾਬ 3ਰਾ ਚੈਪਟਰ ਉਹਦੀ 28 ਆਇਤ ਅਸੀਂ ਦੇਖਾਂਗੇ Paul ਬਾਈਬਲ 'ਚ। says here, there is neither Jew nor Greek. ਪੌਲੁਸ ਕਹਿੰਦਾ ਨਾ ਯਹੂਦੀ ਹੈ ना यूनानी है, there is neither slave nor free, और ना हाकिम है ना आजाद है, and there is neither male nor female, ना नर है ना नारी है, for you are all one in Christ Jesus. तुसी सब मसीह प्रभु यीशु मसीह विच एक हो। The first thing I want to mention is that differences define who we are. और पहली गल मैं दसना चाहता बाइबल चो कलाम चो कि साडे वख-वख होने के बावजूद भी सानू इस गल दा एहसास करांदे कि ਅਸੀਂ एक हां। Distinctions and differences do not have to divide us. साडे अपने अपने मतभेद, साडा सभ्याचार सानू एक दूसरे तो वखरा नहीं कर सकता। We are called as one body to live together with our differences. सानू मसीह दी एक बदन विच, एक देह विच, शरीर विच बुलाया गया है कि साडे मतभेदां दे बावजूद ਅਸੀਂ एक शरीर हां। Following Jesus Christ does not mean you leave your nationality. और यीशु मसीह ते विश्वास करन दा ये मतलब नहीं कि ਅਸੀਂ ਆਪਣਾ जो ਸਾਡੀ ਰਾਸ਼ਟਰ नीति है उसनु छड़ दईए। It does not mean you leave your status or your gender. ਜਾਂ ਆਪਣਾ जेंडर छड़ दईए, ਜਾਂ अपनी स्टेटस छड़ दईए। In fact, faith in Christ transcends all the differences. पर मुख दी गल मसीह ते विश्वास करना साडे अपने भिन्न भेद दूर हो जांदे ने। Jew and Gentile are made into one body. हुण यहूदी और जेडी गैर कौमां ने, यूनानी ने, वो एक बन गए लोग। A Jew remains a Jew even after conversion to Christ. और जेड़ा यहूदी है मसीह विच आउण तो आण के वो दूसरे नाल मिल सकदा है। A Gentile is a Gentile even after conversion. और जेडे जेंटाइल दे लोग ने, गैर कौमां दे, वो गैर कौमां होने दे बावजूद ही मसीह नाल मिल सकदे ने। Our identity is not lost when we become a follower of Jesus. जदों ਅਸੀਂ मसीह यीशु ਨੂੰ कबूल करदे हां, प्यार करदे, ਉਸ ਨੂੰ ਮੰਨਦੇ ਹਾਂ, ਸਾਡੀ ਆਇਡੈਂਟੀਟੀ, ਪਹਿਚਾਨ ਨਹੀਂ ਖਤਮ ਹੋ ਜਾਂਦੀ। I am originally from the country of India. ਪਾਦੀ ਸਾਹਿਬ ਕਹ ਰਹੇ ਨੇ ਕਿ ਭਾਵੇਂ ਮੈਂ ਇੰਡੀਆ ਦਾ ਇੱਕ ਨਾਗਰਿਕ ਹਾਂ, ਇੰਡੀਆ ਤੋਂ ਆਇਆ ਹਾਂ, But I am also a Christian follower of Jesus Christ. ਪਰ ਮੈਂ ਭਾਰਤੀय ਹੋਣ ਦੇ ਬਾਵਜੂਦ
ਮੈਂ ਮਸੀਹ ਨੂੰ ਮੰਨਦਾ ਹਾਂ ਮੈਂ ਕ੍ਰਿਸਚਨ ਹਾਂ I live in United Kingdom now. ਮੈਂ ਹੁਣ ਯੂਨਾਈਟਿਡ ਕਿੰਗਡਮ ਵਿੱਚ ਰਹਿੰਦਾ ਹਾਂ I will never become an English. ਮੈਂ ਕਦੀ ਵੀ ਇੰਗਲਿਸ਼ ਨਹੀਂ ਬਣ ਸਕਾਂਗਾ I may have the British citizenship, ਭਾਵੇਂ ਮੇਰੇ ਪਾਸ ਬ੍ਰਿਟਿਸ਼ ਨੈਸ਼ਨੈਲਿਟੀ ਹੈ but following Christ does not change my Indianness. ਪਰ ਮਸੀਹ ਤੇ ਈਮਾਨ ਵਿਸ਼ਵਾਸ ਕਰਨ ਨਾਲ ਮੈਂ ਜੋ ਇੰਡੀਅਨ ਹਾਂ ਇੰਡੀਅਨ ਹੀ ਰਹਾਂਗਾ But the difference I have is I'm still an Indian at the same time a follower of the Lord Jesus Christ. ਪਰ ਫਰਕ ਵਾਲੀ ਗੱਲ ਇਹ ਹੈ ਕਿ ਮੈਂ ਇੰਡੀਅਨ ਹੋਣ ਦੇ ਬਾਵਜੂਦ ਹੁਣ ਮੈਂ ਮਸੀਹ ਯਿਸੂ ਨੂੰ ਵਿਸ਼ਵਾਸ ਕਰਦਾ ਈਮਾਨ ਰੱਖਦਾ ਮੰਨਦਾ So all Christians, where they belong to each other in such a way, the distinctions and formally that divided them, they lose the significance now. ਔਰ ਦੂਸਰੇ ਲਫ਼ਜ਼ਾਂ 'ਚ ਭਾਵੇਂ ਅਸੀਂ ਵੱਖ-ਵੱਖ ਮੁਲਕਾਂ ਤੋਂ ਆਏ ਬੋਲੀਆਂ ਬੋਲਦੇ ਹਾਂ ਸਾਡਾ ਸੱਭਿਆਚਾਰ ਵੱਖਰਾ ਮਸੀਹ ਯਿਸੂ ਵਿੱਚ ਅਸੀਂ ਇੱਕ ਹਾਂ ਪਰ ਸਾਡੀ ਇਹ ਭਿੰਨਤਾ ਸਾਨੂੰ ਏਕਤਾ ਤੋਂ ਨਹੀਂ ਰੋਕ ਸਕਦੀ It is natural to feel uncomfortable around people who are different from us. ਪਰ ਇਹ ਸੁਭਾਵਿਕ ਗੱਲ ਹੈ ਕਿ ਜਿਹੜੇ ਲੋਕ ਸਾਡੇ ਤੋਂ ਵੱਖਰੇ ਨੇ ਉਹਨਾਂ ਵਿੱਚ ਆਣ ਕੇ ਅਸੀਂ ਆਪਣੇ ਆਪ ਨੂੰ ਵੱਖਰਾ ਮਹਿਸੂਸ ਕਰੀਏ We tend to move to our own people all the time. ਔਰ ਅਕਸਰ ਨੈਚੁਰਲ ਤੌਰ ਤੇ ਅਸੀਂ ਆਪਣੇ ਜਾਂ ਲੋਕਾਂ 'ਚ ਰਹਿ ਕੇ ਖੁਸ਼ ਹਾਂ If a Punjabi brother sees another Punjabi in a strange country, he will naturally go to that Punjabi brother. ਇੱਕ ਮੁਲਕ ਵਿੱਚ ਇੱਕ ਪੰਜਾਬੀ ਭਰਾ ਹੈ ਤੇ ਉਹਨੂੰ ਇਸ ਦੇਸ਼ ਵਿੱਚ ਪੰਜਾਬੀ ਭਰਾ ਮਿਲ ਜਾਏ ਉਹਦਾ ਮਨ ਬੜਾ ਖੁਸ਼ ਹੋਏਗਾ ਉਸ ਪੰਜਾਬੀ ਭਰਾ ਨਾਲ ਮਿਲ There is a saying that birds of a feather flock together. ਔਰ ਲਿਖਿਆ ਜਿਹੜੇ ਪੰਛੀਆਂ ਦੇ ਖੰਭ ਹੁੰਦੇ ਨੇ ਉਹ ਮਿਲ ਕੇ ਹੀ ਉੱਡਦੇ ਨੇ But when we allow our differences to separate us from believers, that is a big problem we have. ਪਰ ਅਗਰ ਅਸੀਂ ਮਸੀਹ ਨੂੰ ਮੰਨ ਕੇ ਵਿਸ਼ਵਾਸ ਕਰਕੇ ਵੀ ਆਪਣੇ ਇਹਨਾਂ ਭਿੰਨ ਭੇਦਾਂ ਵਿੱਚ ਫਸ ਕੇ ਇੱਕ ਦੂਸਰੇ ਤੋਂ ਜੁਦਾ ਹੋ ਜਾਈਏ ਤਾਂ ਮਾੜੀ ਗੱਲ ਹੈ Differences define who we really are. ਪਰ ਅਗਰ ਅਸੀਂ ਵੱਖਰੇ ਵੱਖਰੇ ਹਾਂ ਪਰ ਇਹ ਗੱਲ ਦਾ ਸਬੂਤ ਦਿੰਦੇ ਹਾਂ ਕਿ ਅਸੀਂ ਮਸੀਹ ਦੇ ਵਿੱਚ ਕੀ ਹਾਂ ਤੇ ਮਸੀਹ ਤੋਂ ਬਾਹਰ ਕੀ ਹਾਂ The second thing I want to mention is that differences develop the unity through diversity. ਔਰ ਦੂਸਰੀ ਗੱਲ ਇਸ ਭਿੰਨਤਾ ਦੇ ਵਿੱਚ ਵੀ ਸਾਡੀ ਜਿਹੜੀ ਆ ਵੱਖ-ਵੱਖ ਵਿਚਾਰ ਨੇ ਇਸ ਗੱਲ ਨੂੰ ਜ਼ਾਹਰ ਕਰਦੇ ਨੇ ਕਿ ਅਸੀਂ ਮਸੀਹ ਵਿੱਚ ਹੋ ਕੇ ਵੀ ਭਾਵੇਂ ਵੱਖਰੇ ਹਾਂ ਪਰ ਮਸੀਹ 'ਚ ਇੱਕ ਹਾਂ I want you to look at Ephesians chapter 4 verses 11 onwards. ਅਫਸੀਆਂ ਦੀ ਕਿਤਾਬ ਚੌਥਾ ਚੈਪਟਰ ਉਹਦੀ 11 ਜਿਹੜੀ ਵਰਸ ਅਸੀਂ ਪੜਾਂਗੇ Here the apostle Paul is explaining about the variety of the gifts God has given to the church. ਔਰ ਪਵਿੱਤਰ ਬਾਈਬਲ 'ਚ ਲਿਖਿਆ ਹੈ ਕਿ ਪ੍ਰਭੂ ਪਰਮੇਸ਼ਰ ਨੇ ਆਪਣੀ ਕਲੀਸਿਆ ਨੂੰ ਸੰਗਤ ਨੂੰ ਕਿਹੋ ਜਿਹੀਆਂ ਨੇਮਤਾਂ ਗਿਫਟ ਬਖਸ਼ੇ ਨੇ There are various other scriptures tells us we are all gifted differently. ਔਰ ਲਿਖਿਆ ਬਾਈਬਲ 'ਚ ਕਿ ਸਾਨੂੰ ਪ੍ਰਭੂ ਨੇ ਆਪਣੀ ਕਿਰਪਾ ਔਰ ਵਿਸ਼ਵਾਸ ਦੇ ਯੋਗ ਵੱਖ-ਵੱਖ ਨੇਮਤਾਂ ਬਖਸ਼ੀਆਂ ਨੇ But just look at Ephesians 4:11 onwards. ਅਫਸੀਆਂ ਦੀ ਕਿਤਾਬ ਚੌਥਾ ਚੈਪਟਰ ਦੀ 11 ਵਰਸ There it says, and he himself, that is Christ, he gave some to be apostles, ਔਰ ਮਸੀਹ ਨੇ ਕਈਆਂ ਨੂੰ ਰਸੂਲ ਬਣਾਇਆ and some prophets, some evangelists, some pastors and teachers. ਕਈਆਂ ਨੂੰ ਨਬੀ ਕਈਆਂ ਨੂੰ ਪ੍ਰਚਾਰਕ ਕਈਆਂ ਨੂੰ ਪਾਸਬਾਨ ਤੇ ਕਈਆਂ ਨੂੰ ਉਸਤਾਦ ਕਰਕੇ ਦੇ ਦਿੱਤਾ Verse 12 says, for the equipping of the saints, for the work of ministry, for the edifying of the body of Christ. ਤਾਂ ਕਿ ਸੇਵਕਾਈ ਦੇ ਕੰਮਾਂ ਵਿੱਚ ਸੰਤ ਸਿੱਧ ਹੋ ਸਕਣ ਔਰ ਮਸੀਹ ਦਾ ਬਦਨ ਜਿਹੜਾ ਹੈ ਉੱਪਰ ਨੂੰ ਵਧਦਾ ਜਾਏ Verse 13 tells us, till we all come to the unity of the faith and to the knowledge of the Son of God. ਔਰ ਜਦੋਂ ਤੱਕ ਅਸੀਂ ਸਭ ਪਰਮੇਸ਼ਰ ਦੇ ਪੁੱਤਰ ਦੀ ਪਛਾਣ ਦੀ ਏਕਤਾ ਵਿੱਚ ਨਹੀਂ ਆ ਜਾਂਦੇ To a perfect man, to the measure of the stature of the fullness of Christ. ਤਾਂ ਕਿ ਮਸੀਹ ਦੀ ਪੂਰੀ ਭਰਪੂਰੀ ਦੇ ਅੰਦਾਜ਼ੇ ਤੱਕ ਨਾ ਪਹੁੰਚ ਜਾਈਏ Did you notice here, ministers or members are given different gifts? ਸੁਣੋ ਬਾਈਬਲ 'ਚ ਲਿਖਿਆ ਕਿ ਪ੍ਰਭੂ ਨੇ ਆਪਣੀ ਸੰਗਤ ਨੂੰ ਵੱਖ-ਵੱਖ ਗਿਫਟ ਵੱਖ-ਵੱਖ ਮਿਨਿਸਟਰ ਸੇਵਕ ਬਖਸ਼ੇ ਨੇ And different emphasis, different focus is there. ਔਰ ਵੱਖ-ਵੱਖ ਉਹਨਾਂ ਦਾ ਐਮਫੈਸਿਸ ਹੈ ਪ੍ਰਭਾਵ ਹੈ ਵੱਖ-ਵੱਖ ਉਹਨਾਂ ਦੀ ਸੇਵਕਾਈ ਹੈ ਕੰਮ ਹੈ ਧਿਆਨ ਹੈ But ultimately there is one goal through all the different gifts. ਪਰ ਇਹਨਾਂ ਸੇਵਕਾਈਆਂ ਦੇ ਬਾਵਜੂਦ ਉਹਨਾਂ ਦਾ ਇੱਕ ਨਿਸ਼ਾਨਾ ਹੈ ਕਿ ਮਸੀਹ ਦੀ ਕਲੀਸਿਆ ਵਧੇ Multiples of gifts are mentioned there. ਬੜੀ ਭਰਪੂਰੀ ਨਾਲ ਬਹੁਤ ਸਾਰੇ ਜਿਹੜੇ ਗਿਫਟ ਨੇ ਨੇਮਤਾਂ ਖੁਦਾ ਨੇ ਆਪਣੀ ਕਲੀਸਿਆ ਦਿੱਤੀਆਂ ਨੇ The ministry gifts and the manifestation gifts. ਔਰ ਮਿਨਿਸਟਰੀ ਦੇ ਗਿਫਟ ਨੇ ਮੈਨੀਫੈਸਟੇਸ਼ਨ ਦੇ ਗਿਫਟਸ ਨੇ There is a motivation gifts. ਔਰ ਇੱਕ ਉਚਾਰਨ ਦਾ ਗਿਫਟ ਹੈ But the goal is to equip the body of Christ. ਲੇਕਿਨ ਬਾਈਬਲ ਦੱਸਦੀ ਹੈ ਇਹਨਾਂ ਨੇਮਤਾਂ ਦਾ ਇਹਨਾਂ ਗਿਫਟ ਦੇਣ ਦਾ ਇੱਕ ਨਿਸ਼ਾਨਾ ਹੈ ਕਿ ਮਸੀਹ ਦਾ ਬਦਨ ਉਹਦੀ ਦੇਹੀ ਉਸਰਦੀ ਜਾਵੇ And to bring the unity in the body of Christ. ਤਾਂ ਕਿ ਮਸੀਹ ਦੇ ਬਦਨ ਵਿੱਚ ਯਿਸੂ ਦੇ ਸਰੀਰ ਵਿੱਚ ਕਲੀਸਿਆ 'ਚ ਏਕਤਾ ਆ ਜਾਏ Can you imagine the entire church is just pastors, no other members at all? ਜਰਾ ਸੋਚੋ ਸਾਰੇ ਚਰਚ ਵਿੱਚ ਸਾਰੇ ਪਾਸਟਰਸ ਨੇ
कोई भी मेंबर नहीं। Can you imagine the body of Christ is all evangelists? There is no teachers, there is no apostles. और जरा सोचो मसीह दी जेडी कलीसिया है, संगत है, सारे एवेंजलिस्ट ने, प्रचारक ने, कोई भी पास्टर नहीं, अपोस्टल्स नहीं, की होएगा? That's not what God has meant. लेकिन प्रभु एक गल नहीं सानू दस रहा। Different operations of the Holy Spirit. पवित्र आत्मा पाक रूह दे वख-वख काम ने प्रभु दी संगत विच, And that is through different members and ministers. और वख-वख मेंबर्स, वख-वख मिनिस्टर्स ने चर्च विच। And ultimately it causes growth and stability and unity in the body of Christ. और मुक्ति गल है मसीह दे दे, मसीह दी चर्च विच एकता, एक बन जाए सब। I will direct you to also to look at in your own time 1 Corinthians chapter 12 verses 11 onwards. समा काट के पहला कुरिन्थिया दा किताब उसदा 1 Corinthians 12, 11 and 12. 12 चैप्टर दी 11 और 12 वर्स नु पढ़िए। There the apostle Paul says about the different gifts God has given. और पौलुस ने लिखा है कि प्रभु ने अपनी चर्च नु वख-वख गिफ्ट नेमतां दित्तियां ने। He says, but one and the same Spirit works all these things. पर फिर वो लिखता है एक ही आत्मा है, एक ही रूह है जो सब नु वख-वख गिफ्ट दिंदा है, distributing to each one individually as he wills. और जिवें प्रभु दी इच्छा है, मनशा है, सबना नु एक गिफ्ट मिले ने। For us the body is one and has many members. जिवें शरीर या बदन एक है, उस विच बहुत सारे मेंबर्स ने। Hallelujah. But all the members of that one body, being many, are one body, so also in Christ. पर जिवें बहुत सारे मेंबर मिलके एक बॉडी बदन बनाउंदे ने, इसी तरह प्रभु दे लोग ने ओदे गिफ्ट ने। So brothers and sisters, your difference is good. भैण भरावो, साडा वख-वख चर्च विच होना गुड है। You can live differently in unity. ਅਸੀਂ ਵੱਖ-ਵੱਖ ਹੋਣ ਦੇ ਬਾਵਜੂਦ ਵੀ ਏਕਤਾ ਵਿੱਚ ਰਹਿ ਸਕਦੇ ਹਾਂ। God has given you a special, unique, different gifts. ਔਰ ਪ੍ਰਭੂ ਨੇ ਸਾਨੂੰ ਖਾਸ ਅਹਿਮੀਅਤ ਦੇ ਸਾਡੀ ਕਾਬਲੀਅਤ ਦੇ ਮੁਤਾਬਕ ਆਪਣੀ ਇੱਛਾ ਮਨਸ਼ਾ ਦਾ ਗਿਫਟ Don't try to change that gift or pray for another gift. ਔਰ ਜੋ ਤੁਹਾਡੇ ਅੰਦਰ ਗਿਫਟ ਹੈ ਉਸ ਨੂੰ ਆਪਣੀ ਮਰਜ਼ੀ ਨਾਲ ਨਹੀਂ ਚਲਾਉਣਾ। If God has given you the gift of singing, keep singing. ਅਗਰ ਖੁਦਾ ਨੇ ਤੁਹਾਨੂੰ ਗਾਉਣ ਦਾ ਵਰਸ਼ਿਪ ਦਾ ਗਿਫਟ ਦਿੱਤਾ ਹੈ, ਵਰਸ਼ਿਪ ਕਰੋ। If God has given you the gift of administration, keep doing that. ਅਗਰ ਐਡਮਿਨਿਸਟ੍ਰੇਸ਼ਨ ਦਾ ਚਰਚ ਦੇ ਕੰਮਾਂ ਦਾ ਦਿੱਤਾ ਹੈ ਗਿਫਟ ਕਰੋ। If God has given you the gift of taking care of the church building, do that. ਅਗਰ ਚਰਚ ਦੀ ਬਿਲਡਿੰਗ ਦੀ ਦੇਖਭਾਲ ਕਰ ਲਈ ਦਿੱਤਾ ਹੈ, ਕਰੋ। If God has given you the gift of being a pastor or teacher, be faithful in that. ਅਗਰ ਪ੍ਰਭੂ ਨੇ ਪਾਸਟਰ ਹੋਣ ਦਾ ਗਿਫਟ ਦਿੱਤਾ ਹੈ, ਵਫਾਦਾਰੀ ਨਾਲ ਪਾਸਟਰ ਬਣੋ ਚਰਚ ਵਿੱਚ। Because by doing all these things by different members, different ministers, God increases his body, his church for the glory of God. ਭੈਣੋ ਭਰਾਵੋ, ਅਗਰ ਅਸੀਂ ਵਫਾਦਾਰੀ ਨਾਲ ਈਮਾਨ ਸੇ ਇਹ ਕੰਮ ਕਰਾਂਗੇ ਤਾਂ ਪ੍ਰਭੂ ਦੀ ਦੇਹ, ਪ੍ਰਭੂ ਦਾ ਬਦਨ, ਚਰਚ ਮਜ਼ਬੂਤ ਹੋਏਗਾ, ਅੱਗੇ बढ़ेगा। Or some people say, I need his gift, I need her gift. ਕਦੀ ਇਸ ਤਰ੍ਹਾਂ ਨਹੀਂ ਕਹਿਣਾ ਕਿ ਮੈਨੂੰ ਉਹਦਾ ਗਿਫਟ ਮਿਲ ਜਾਏ, ਮੈਨੂੰ ਉਹਦਾ ਗਿਫਟ ਮਿਲ ਜਾਏ। But the Bible says he is the one who gives you the gift. ਲੇਕਿਨ ਵਚਨ 'ਚ ਲਿਖਿਆ ਬਾਈਬਲ 'ਚ ਪ੍ਰਭੂ ਹੈ ਜੋ ਸਭ ਨੂੰ ਗਿਫਟ ਦਿੰਦਾ ਹੈ। Aren't you glad your gift is different from his gift or her gift? ਖੁਸ਼ ਹੋ ਜਾਓ, ਤੁਹਾਡੇ ਗਿਫਟ ਦੂਸਰੇ ਨਾਲੋਂ ਵੱਖਰੇ ਨੇ। Aren't you glad God has chosen you specifically and invested in you that gift so that you can bring your part to do the work of the ministry in the church? ਖੁਸ਼ ਹੋ ਜਾਓ, ਪ੍ਰਭੂ ਨੇ ਜੋ ਗਿਫਟ ਤੁਹਾਨੂੰ ਦਿੱਤਾ ਹੈ, ਖੁਸ਼ੀ ਨਾਲ ਉਹਦੀ ਸੇਵਾ ਕਰੋ ਤਾਂ ਕਿ ਚਰਚ ਦੀ ਬੜੋਤਰੀ ਹੋਵੇ। It is so important that we understand differences actually develop unity through diversity. ਬਹੁਤ ਜ਼ਰੂਰੀ ਹੈ ਸਾਡੇ ਵੱਖ-ਵੱਖ ਹੋਣ ਦੇ ਬਾਵਜੂਦ ਵੀ ਸਾਡੇ ਅੰਦਰ ਗਿਫਟਾਂ ਦੁਆਰਾ ਏਕਤਾ ਹੈ ਔਰ ਏਕਤਾ ਨੂੰ ਇੱਕ ਹੋਣ ਲਈ ਵਰਤੋ। Let me go to the third thing I want to mention tonight. ਤੀਸਰਾ ਪੁਆਇੰਟ ਜੋ ਮੈਂ ਦੱਸਦਾ ਹਾਂ, That is, difference distinguishes the man and glorifies God. ਔਰ ਜੋ ਇੱਕ ਗਿਫਟ ਹੈ, ਉਹਦਾ ਗਿਫਟ ਇਨਸਾਨ ਨੂੰ ਉਹ ਗਿਫਟ ਉਹ ਦੂਸਰਿਆਂ ਨਾਲੋਂ ਵੱਖਰਾ ਕਰਕੇ ਪ੍ਰਭੂ ਦੀ ਮਹਿਮਾ ਲਈ ਦਿੱਤਾ ਜਾਂਦਾ I ਹੈ। want you to turn in your Bibles to the book of Numbers chapter 14. ਔਰ ਗਿਣਤੀ ਦੀ ਕਿਤਾਬ ਉਸ ਦਾ 14 ਚੈਪਟਰ ਅਸੀਂ ਦੇਖਾਂਗੇ And looking at verse number 24. ਔਰ 24 ਆਇਤ ਅਸੀਂ ਦੇਖਾਂਗੇ। Numbers 14:24 gives you a man with a difference. ਔਰ ਇੱਥੇ ਲਿਖਿਆ ਹੈ ਕਿ ਆਦਮੀ ਜਿਹਦੇ ਅੰਦਰ ਇੱਕ ਵੱਖਰਾ ਗਿਫਟ ਹੈ, And his name was Caleb. ਇੱਕ ਇਨਸਾਨ ਹੈ ਬਾਈਬਲ 'ਚ ਲਿਖਿਆ ਇੱਥੇ ਜਿਹਦਾ ਨਾਮ ਕੇਲਬ ਸੀ। And God himself is giving a testimony about Caleb. ਔਰ ਪ੍ਰਭੂ ਪਰਮੇਸ਼ਰ ਨੇ ਕੇਲਬ ਦੀ ਜ਼ਿੰਦਗੀ ਦੀ ਗਵਾਹੀ ਦਿੱਤੀ। This is what it says here. ਔਰ ਬਾਈਬਲ 'ਚ ਲਿਖਿਆ ਹੈ ਕੇਲਬ ਦੇ ਬਾਰੇ ਵਿੱਚ। God says in Numbers 14:24, but my servant Caleb, because he has a different spirit in him. ਕਿਉਂਕਿ ਮੇਰਾ ਦਾਸ ਕੇਲਬ ਜਿਹਦੇ ਅੰਦਰ ਇੱਕ ਵੱਖਰੀ ਤਰ੍ਹਾਂ ਦਾ ਰੂਹ ਹੈ, ਆਤਮਾ ਹੈ। And he has followed me fully.
उसने पूरे मन नाल सचमुच मैनू मन्निया है, मेरे पीछे चलिया है। I will bring him into the land where he went, and his descendants shall inherit it. और मैं उन्हें उस वादे वाली धरती ते लेके जावांगा जिथे उसने भेजा सी, और ओदी आउण वाली नस्ल, ओदी पीढ़ी उस जमीन ते वसेगी। Caleb was a different man from the others. और कैलब जिहड़ा सी दूसरे लोगां नालों वखरा सी। He was a man of distinct courage and caliber and character. ओदे अंदर एक खास तरह दा गुण सी, खास तरह दा गिफ्ट सी दूसरे नालों वखरा। That's why God himself testified about him. इस करके प्रभु ने ओदे जीवन दी गवाही दित्ती। Can I ask you, brothers and sisters, today? भैणों प्रभु मैं एक सवाल पूछदा हां। Would you like a testimony from God or just a praise word from other people? तुसी भी अपनी जिंदगी दी गवाही प्रभु लई जित्तों प्रशंसा मिलदी है लोकां नूं दिखाउण लई दिओगे? Some people only like to get appreciation and praises from other people. कई लोगां दी आदत बन गई है अपनी जिंदगी दी गवाही दस के दूसरिਆਂ कोलों हौसला ਵਧਾਈ ਲੈਣਾ ਚਾਹੁੰਦੇ ਨੇ। People can praise you today and they can put you tomorrow down. ਤਾਂ ਕਿ ਲੋਕ ਤੁਹਾਡੀ ਤਾਰੀਫ ਕਰਨ, ਅੱਜ ਤੁਹਾਨੂੰ ਲੋਕ ਉੱਚਾ ਚੁੱਕਣਗੇ, ਕੱਲ ਨੂੰ ਲੋਕ ਤੁਹਾਨੂੰ ਨੀਚਾ ਗਿਰਾ ਦੇਣਗੇ। I pray that you and I rather get a praise report from God himself. मेरी प्रार्थना है भैणों प्रभु, मिन्नत है कि ਤੁਹਾਡੀ ਜ਼ਿੰਦਗੀ ਦੀ ਗਵਾਹੀ दी प्रशंसा परमेश्वर God says, my servant Caleb has a different spirit. देखो वचन च परमेश्वर गवाही दिंदे ने प्रभु यीशु खुदा कि मेरा सेवक केलब ओदे अंदर एक वखरी आत्मा है। The background of the story is that when Moses was leading the children of Israel from Egypt all the way to the promised land, ਅਸੀਂ ਜਾਣਦੇ ਹਾਂ ਬਾਈਬਲ ਚੋਂ ਕਹਾਣੀ, ਜਦੋਂ मूसा ने मिस्र ਦੀ ਗੁਲਾਮੀ ਚੋਂ ਲੋਕਾਂ ਨੂੰ ਮਾਰੂਥਲ ਦੀ ਧਰਤੀ ਤੇ ਉਜਾੜ ਵਿੱਚ ਲੈ ਕੇ ਆਇਆ। At one point Moses sent 12 spies to the promised land to spy it out and come back with a report. और लिखਿਆ मूसा ने 12 ਜਿਹੜੇ ਸਪਾਈ ਸਨ ਉਹਨਾਂ ਨੂੰ ਭੇਜਿਆ ਕਿ ਜ਼ਮੀਨ ਦੀ ਦੇਖਭਾਲ ਕਰਕੇ ਵਾਪਸ ਆਓ। And among the 12 spies Joshua and Caleb were there as well. और ਇਹਨਾਂ 12 ਵਿੱਚ ਜੋਸ਼ੂਆ ਤੇ ਕੇਲਬ ਦਾ ਨਾਮ ਵੀ ਆਉਂਦਾ ਹੈ। But did you know only Caleb brought a promising or a positive report? और लिखਿਆ ਬਾਈਬਲ ਸਿਰਫ ਕੇਲਬ ਇਹੋ ਜਿਹਾ ਇਨਸਾਨ ਸੀ ਜਿਸ ਨੇ ਅੱਛੀ ਰਿਪੋਰਟ ਲਿਆਂਦੀ। All the other 10 people said don't go there, fruits are good, land is good, but there are giants there, we can't make it. ਲਿਖਿਆ ਬਾਕੀ ਦੇ 10 ਨੇ ਮਾੜੀ ਰਿਪੋਰਟ ਦਿੱਤੀ, 네ਗੇਟਿਵ, ਜਾਓ ਨਾ ਉੱਥੇ ਵੱਡੇ ਵੱਡੇ ਦੂਤ ਵਸਦੇ ਨੇ। But can I tell you, Caleb was different there. लेकिन कैलब ਦੇ ਅੰਦਰ ਇੱਕ ਅਜੀਬ रूह ਸੀ, ਆਤਮਾ ਸੀ। He stood out different in the midst of that crowd. ਉਹ ਇਸ ਲੋਕਾਂ ਦੀ ਭੀੜ ਵਿੱਚ ਉਹ ਇੱਕ ਅਜੀਬ ਤਰੀਕੇ ਨਾਲ, ਵੱਖਰੇ ਤਰੀਕੇ ਨਾਲ ਖੜਾ ਹੋ ਕੇ He ਬੋਲਿਆ। spoke from his heart, not from his head. ਆਪਣੇ ਦਿਲ ਚੋਂ ਬੋਲਿਆ, ਨਾ ਕਿ ਆਪਣੇ ਮਨ ਦੇ ਵਿਚਾਰਾਂ ਚੋਂ। When everybody else discouraged the people, Caleb encouraged the people. ਜਦੋਂ ਲੋਕਾਂ ਨੇ ਦੂਸਰੇ ਲੋਕਾਂ ਦੇ ਹੌਸਲੇ ਢਾਏ, ਕੇਲਬ ਨੇ ਉਹਨਾਂ ਦੇ ਹੌਸਲੇ बढ़ाए। And Caleb told the people, we will be able to make it, let's get ready, we can go now. ਅਸੀਂ ਇਸ ਵਾਅਦੇ ਦੀ ਧਰਤੀ ਤੇ ਜਿੱਤ ਪ੍ਰਾਪਤ ਕਰਾਂਗੇ, ਆਓ ਸਾਰੇ ਮਿਲ ਕੇ ਚੱਲੀਏ। While others are giving a scary report, here Caleb is telling, let's go now and occupy the land. और दूसरा ने डराया, लेकिन केलब कहने लगा चलो आओ कनान दी धरती ते चलिए और इसनु जीतिए और अपनी जमीन ते पैर। Caleb comforted the people. और लिखा बाइबल च केलब ने लोगां नु तसल्ली दित्ती। He was a courageous man. बड़े हौसले वाला आदमी सी। He was a confident man with good character. बड़े भरोसेमंद इंसान सी जिहदे अंदर अच्छा सुभाव सी। He was a man of consistency. He was a steady man. और बड़ा स्टडी आदमी सी, मजबूती वाला बंदा सी। He was faithful until the end. और बाइबल च लिखा वचन च आखिर तक अंत तक वफादार रहा। And Joshua gave him the land of Hebron as his promise. और जोशुआ ने वादे मुताबिक हेब्रोन दी धरती उसनु जमीन दित्ती। Brothers and sisters, when the whole world is going that way, God wants you to go the right way. पर प्रभु जो तो सारी दुनिया ज़माना जहान एक पासे जा रहा है, प्रभु चाहता नहीं तुसी इस पासे चलो। The majority could be wrong many times. बहुत बारी ज़्यादा लोगों दी सलाह भीड़ गलत हुंदी है। Even if it looks good and sounds good, stand for the truth like Caleb did. सुनो जिवें केलब सच्चाई लई खड़ा होया, तुसी भी सच लई खड़े होना, भावें लोगों दी गल्लां चंगियां You लगन। can still be different and make a difference. तुसी अपने जीवन नु वख रखो और अपनी जिंदगी च एक सच्ची गल नु I विखाओ। pray that many Calebs will rise from this church. मेरी प्रार्थना इस संगत विच कलीसिया च बहुत सारे केलब वर्गे लोग होण। If you are listening to me and if you are afraid or scared of anything, अगर तुसी डरदे हो, मैनू सुन रहे हो, किसी गल तो डरदे हो फैसला करन तो, God is speaking to you today. आज प्रभु यीशु तुहाडे नाल गल कर रहे ने। We will make
make it. We can do that. ਅਸੀਂ ਇਹ ਕੰਮ ਕਰ ਸਕਾਂਗੇ ਅਸੀਂ ਇਹ ਕੰਮ ਕਰਨ ਦੇ ਕਾਬਿਲ ਹਾਂ Philippians 4:13 tells us. ਫਿਲਿੱਪੀਆਂ ਦੀ ਕਿਤਾਬ ਚੌਥਾ ਚੈਪਟਰ 13 ਵਰਸ ਲਿਖਿਆ ਹੈ Paul says, I can do all things ਮੈਂ ਮਸੀਹ ਯਿਸੂ ਵਿੱਚ ਸਭ ਕੁਝ ਕਰ ਸਕਦਾ ਹਾਂ through Christ who strengtheneth me. ਮੇਰਾ ਮਸੀਹ ਜੋ ਮੈਨੂੰ ਮਜ਼ਬੂਤੀ ਤਾਕਤ ਦਿੰਦਾ ਹੈ That's the spirit of Caleb. ਇਹ ਹੈ ਕੇਲਬ ਦੀ ਆਤਮਾ How about Daniel in the Old Testament? ਔਰ ਜਿਵੇਂ ਡੈਨੀਅਲ ਹੈ Daniel chapter 6 verse number 3 tells us. ਡੈਨੀਅਲ ਨਬੀ ਦੀ ਕਿਤਾਬ 6ਵਾਂ ਚੈਪਟਰ 3 ਵਰਸ Daniel distinguished himself above the governors and satraps. ਔਰ ਜੋ ਰਾਜਾ ਹੀ ਹਾਕਮ ਸੀ ਉਸ ਤੋਂ ਡੈਨੀਅਲ ਨੇ ਆਪਣੇ ਜੀਵਨ ਨੂੰ ਵੱਖਰਾ ਰੱਖਿਆ ਅਲੱਗ ਰੱਖਿਆ Because there was an excellent spirit in Daniel. ਔਰ ਬਾਈਬਲ 'ਚ ਲਿਖਿਆ ਕਿ ਡੈਨੀਅਲ ਦੇ ਅੰਦਰ ਇੱਕ ਖਾਸ ਰੂਹ ਸੀ ਆਤਮਾ ਸੀ Daniel lived differently with distinction. ਔਰ ਡੈਨੀਅਲ ਨੇ ਆਪਣੀ ਜ਼ਿੰਦਗੀ ਨੂੰ ਵੱਖ ਕਰਕੇ ਇੱਕ ਅੱਛੇ ਤਰੀਕੇ ਨਾਲ ਰਿਹਾ He always honored the Lord God. ਉਸਨੇ ਹਮੇਸ਼ਾ ਆਪਣੇ ਪ੍ਰਭੂ ਪਰਮੇਸ਼ਰ ਨੂੰ ਸਨਮਾਨ ਦਿੱਤਾ ਇੱਜ਼ਤ ਦਿੱਤੀ He never compromised his faith or his convictions. ਡੈਨੀਅਲ ਨੇ ਕਦੀ ਵੀ ਆਪਣੇ ਵਿਸ਼ਵਾਸ ਨਾਲ ਕੰਪਰੋਮਾਈਜ਼ ਨਹੀਂ ਕੀਤਾ He lived in Babylon, a pagan community. ਭਾਵੇਂ ਉਹ ਬੈਬੀਲੋਨ ਦੀ ਧਰਤੀ ਤੇ ਰਿਹਾ But even there he was daring to be different. ਔਰ ਗੈਰ ਕੌਮਾਂ ਵਿੱਚ ਰਹਿ ਕੇ ਵੀ ਉਸਨੇ ਆਪਣੇ ਜੀਵਨ ਦੇ ਚਰਿੱਤਰ ਨੂੰ ਵੱਖਰਾ ਰੱਖਿਆ I heard people say, well, I can't work in these circumstances because too many non-believers, they're negative words all the time. ਔਰ ਪਾਸਟਰ ਜੀ ਕਹਿ ਰਹੇ ਨੇ ਮੈਂ ਸੁਣਿਆ ਕਈ ਲੋਕ ਕਹਿ ਰਹੇ ਨੇ ਅਸੀਂ ਇੱਥੇ ਕੰਮ ਨਹੀਂ ਕਰ ਸਕਦੇ ਰਹਿ ਨਹੀਂ ਸਕਦੇ ਬਹੁਤ ਸਾਰੇ ਨਾਨ ਕ੍ਰਿਸਚੀਅਨ ਨੇ ਅਸੀਂ ਇਹਨਾਂ ਵਿੱਚ ਕਿਸ ਤਰ੍ਹਾਂ ਰਹਿ ਸਕਦੇ Some people say, I wish I could get a job in a Christian institution. ਔਰ ਕਈ ਲੋਕ ਉਮੀਦ ਕਰਦੇ ਨੇ ਕਾਸ਼ ਕਿ ਮੈਨੂੰ ਨੌਕਰੀ ਮਿਲ ਜਾਏ ਜਿੱਥੇ ਸਾਰੇ ਮਸੀਹ ਲੋਕ ਹੋਣ ਕ੍ਰਿਸਚੀਅਨ ਹੋਣ That's not what God wants us. ਪਰ ਸੁਣੋ ਪ੍ਰਭੂ ਦੀ ਇੱਛਾ ਨਹੀਂ ਹੈ God wants us to be salt of the earth and the light of the world. ਪ੍ਰਭੂ ਦਾ ਹੁਕਮ ਹੈ ਅਸੀਂ ਜ਼ਮੀਨ ਦੇ ਲੂਣ ਧਰਤੀ ਦੇ ਨਮਕ ਬਣੀਏ ਔਰ ਰੋਸ਼ਨੀ ਔਰ ਚਾਨਣ ਬਣੀਏ Daniel was different in a pagan community. ਡੈਨੀਅਲ ਇਸ ਗੈਰ ਕੌਮਾਂ ਵਿੱਚ ਰਹਿ ਕੇ ਵੀ ਇੱਕ ਵੱਖਰੀ ਤਰ੍ਹਾਂ ਦਾ ਇਨਸਾਨ ਬਣ ਕੇ He ਰਿਹਾ lived and he reflected his difference in that community. ਔਰ ਜਿਉਂਦਾ ਰਹਿ ਕੇ ਆਪਣੇ ਅੰਦਰੋਂ ਉਹ ਗੱਲਾਂ ਨੂੰ ਜ਼ਾਹਰ ਕੀਤੀਆਂ ਜਿਹੜੀਆਂ ਉਹਦੇ ਜੀਵਨ 'ਚ ਪ੍ਰਭੂ ਲਈ ਹਨ And the king himself declared that the Lord God is God. ਔਰ ਰਾਜੇ ਨੇ ਮੂੰਹ ਤੋਂ ਇਕਰਾਰ ਕੀਤਾ ਕਿ ਡੈਨੀਅਲ ਦਾ ਪਰਮੇਸ਼ਰ ਹੀ ਸੱਚਾ ਪਰਮੇਸ਼ਰ ਹੈ And how about Shadrach, Meshach and Abednego? ਸ਼ੈਡਰਕ ਮਿਸ਼ਕ ਅਬਦਨਗੋ ਦੀ ਕਹਾਣੀ ਸੁਣੋ These three Hebrew boys made a difference in their ਔਰ lifetime. ਤਿੰਨ ਇਬਰਾਨੀ ਨੌਜਵਾਨਾਂ ਨੇ ਆਪਣੀ ਜ਼ਿੰਦਗੀ 'ਚ ਦੂਸਰੇ ਲੋਕਾਂ ਦੀ ਜ਼ਿੰਦਗੀ 'ਚ ਫਰਕ ਪਾ ਦਿੱਤਾ They were caught, they were taken by King Nebuchadnezzar to Babylon. ਔਰ ਰਾਜਾ ਨਬੂਕਦਨਜ਼ਰ ਨੇ ਬੈਬੀਲੋਨ ਦੀ ਧਰਤੀ 'ਚ ਇਹਨਾਂ ਨੂੰ ਕੈਦੀ ਬਣਾ ਲਿਆ ਬੰਦੂ ਬਣਾ ਲਿਆ But they acted differently in their life and their faith. ਆਪਣੇ ਜੀਵਨ ਵਿੱਚ ਆਪਣੇ ਈਮਾਨ ਵਿਸ਼ਵਾਸ ਵਿੱਚ ਤਿੰਨ ਨੌਜਵਾਨਾਂ ਨੇ ਆਪਣੀ ਜ਼ਿੰਦਗੀ ਨੂੰ ਵੱਖਰੀ ਰੱਖਿਆ King Nebuchadnezzar said everyone must bow before a statue he made and worship it. ਰਾਜੇ ਨੇ 60 ਹੱਥ ਉੱਚੀ ਮੂਰਤ ਬਣਾਈ ਸੋਨੇ ਦੀ ਕਹਿੰਦੇ ਸਭ ਦੇ ਅੱਗੇ ਮੱਥਾ ਟੇਕਣ ਝੁਕ ਜਾਣ You read that in Daniel chapter 3. ਡੈਨੀਅਲ ਦੀ ਕਿਤਾਬ ਤੀਸਰੇ ਚੈਪਟਰ ਇਸ ਸਟੋਰੀ ਨੂੰ ਕਹਾਣੀ ਨੂੰ ਪੜੋ But when everyone was bowing before the statue, ਬਾਈਬਲ 'ਚ ਲਿਖਿਆ ਜਦੋਂ ਮੁਲਕ ਦੇ ਦੇਸ਼ ਦੇ ਸਾਰੇ ਲੋਕ ਝੁਕ ਗਏ ਮੱਥਾ ਟੇਕਣ ਲਈ these three Hebrew boys did not bow before a statue. ਇਹ ਤਿੰਨ ਇਬਰਾਨੀ ਇਜ਼ਰਾਈਲੀ ਨੌਜਵਾਨ ਬੱਚੇ ਨਹੀਂ ਝੁਕੇ ਉਸ ਮੂਰਤੀ ਅੱਗੇ Because they were courageous in their faith in the living God. ਕਿਉਂਕਿ ਆਪਣੇ ਈਮਾਨ ਵਿੱਚ ਆਪਣੇ ਹੌਸਲਿਆਂ 'ਚ ਬੁਲੰਦ ਸਨ ਆਪਣੇ ਪਰਮੇਸ਼ਰ ਤੇ ਭਰੋਸਾ ਰੱਖਦੇ ਸਨ And they were thrown into the fiery furnace. ਲਿਖਿਆ ਅੱਗ ਦੀ ਬਲਦੀ ਹੋਈ ਭੱਠੀ ਵਿੱਚ ਉਹਨਾਂ ਨੂੰ ਸੁੱਟ ਦਿੱਤਾ ਗਿਆ Because that was a punishment the king said you will get if you don't bow the statue. ਔਰ ਰਾਜਾ ਦਾਇਰਿਸ਼ ਦਾ ਹੁਕਮ ਸੀ ਅਗਰ ਕੋਈ ਨਾ ਝੁਕੇਗਾ ਮੂਰਤੀ ਅੱਗੇ ਸੋਨੇ ਦੀ ਅੱਗ ਵਿੱਚ ਸੁੱਟੇ ਜਾਣਗੇ ਭੱਠੀ But ਵਿੱਚ praise God, even in the fire God will come and rescue you. ਉਹ ਪ੍ਰਭੂ ਦੀ ਪ੍ਰਸ਼ੰਸਾ ਮਹਿਮਾ ਹੋਵੇ ਉਹ ਅੱਗ ਵਿੱਚੋਂ ਵੀ ਬਚਾਉਣ ਦੀ ਤਾਕਤ ਰੱਖਦਾ ਹੈ The COVID-19 has taken a lot of people into the fiery experience. ਪਰ ਪ੍ਰਭੂ ਅੱਜ ਦੇ ਜ਼ਮਾਨੇ 'ਚ ਕੋਵਿਡ-19 ਦੀ ਵਬਾ ਨੇ ਬਹੁਤ ਸਾਰੇ ਲੋਕਾਂ ਦੀਆਂ ਜਾਨਾਂ ਲੈ ਲਈਆਂ But may I say that you are not alone in the fire. ਪਰ ਸੁਣੋ ਇਸ ਅੱਗ ਦੀ ਭੱਠੀ ਵਿੱਚ ਤੁਸੀਂ ਇਕੱਲੇ ਨਹੀਂ ਹੋ God can see the tears from your eyes. ਪ੍ਰਭੂ ਯਿਸੂ ਮਸੀਹ ਤੁਹਾਡੀਆਂ ਅੱਖਾਂ ਦੇ ਆਂਸੂ ਅੰਜੂ ਦੇਖਦਾ ਹੈ God can hear the cry of anxiety and fear from your heart. ਔਰ ਤੁਹਾਡੀ ਚਿੰਤਾ ਫਿਕਰ ਦੇ ਰੋਣ ਚਰਲਾਰ ਨੂੰ ਦਿਲ ਦੀ ਚਰਲਾਟ ਨੂੰ ਡਰ ਨੂੰ ਜਾਣਦਾ ਹੈ He will not bypass your cry, my brother, my sister. ਭੈਣੋ ਭਰਾਵੋ ਤੁਹਾਡੇ ਦਿਲ ਦੀ ਕੁਰਲਾਹਟ ਨੂੰ ਪ੍ਰਭੂ ਅੱਖਾਂ ਤੋਂ ਓਲੇ ਨਹੀਂ ਕਰੇਗਾ Maybe some of you have lost all the hope in your life. ਸ਼ਾਇਦ ਕਈਆਂ ਦੀ ਜ਼ਿੰਦਗੀ 'ਚ ਬੇਉਮੀਦੀ ਆ ਗਈ You're saying, I was a different person living for Jesus. ਤੁਸੀਂ ਸੋਚ ਰਹੇ ਹੋਗੇ ਕਿ ਮੇਰਾ ਜੀਵਨ ਵੱਖਰੀ ਤਰ੍ਹਾਂ ਦਾ ਸਿਰਫ ਪ੍ਰਭੂ ਯਿਸੂ ਮਸੀਹ ਲਈ ਸੀ Why it happened to me like this? ਅੱਜ ਮੇਰੇ ਨਾਲ ਕੀ ਹੋ ਰਿਹਾ ਕੀ ਵਾਪਰ ਰਿਹਾ Why I am still suffering?
ਕਿਉਂ ਮੈਂ ਦੁੱਖਾਂ ਦੀ ਘਾਟੀ ਵਿੱਚ ਹਾਂ Why the income of the job proposal is not coming to me? ਕਿਉਂ ਮੇਰੀ ਇਨਕਮ ਘਟ ਗਈ ਹੈ ਕਿਉਂ ਮੇਰੀ ਨੌਕਰੀ ਜਾਂਦੀ ਰਹੀ Can I tell you, hold on. ਸੁਣੋ ਈਮਾਨ ਰੱਖੋ ਵਿਸ਼ਵਾਸ ਰੱਖੋ Shadrach, Meshach, Abednego, they held on to their faith. ਸ਼ਦਰਕ ਮਿਸ਼ਕ ਅਬਦੀਨਗੋ ਨੇ ਆਪਣਾ ਭਰੋਸਾ ਈਮਾਨ ਨਹੀਂ ਛੱਡਿਆ God never works too early or too late. ਪ੍ਰਭੂ ਕਦੀ ਵੀ ਦੇਰ ਨਹੀਂ ਲਾਉਂਦਾ He always works on right time. ਪ੍ਰਭੂ ਦਾ ਸਮਾਂ ਹਮੇਸ਼ਾ ਨਿਯੁਕਤ ਕੀਤਾ ਹੋਇਆ ਸਮਾਂ ਹੈ His right time may not be your time. ਸ਼ਾਇਦ ਪ੍ਰਭੂ ਦਾ ਸਮਾਂ ਤੁਹਾਡਾ ਸਮਾਂ ਨਾ ਹੋਵੇ But Shadrach, Meshach, Abednego knew that the right time was in the fiery furnace. ਲੇਕਿਨ ਸ਼ਦਰਕ ਮਿਸ਼ਕ ਅਬਦੀਨਗੋ ਜਾਣਦੇ ਸਨ ਕਿ ਸਾਡਾ ਪ੍ਰਭੂ ਸਹੀ ਸਮੇਂ ਤੇ ਅੱਗ ਦੀ ਭੱਠੀ ਚੋਂ ਬਚਾਉਣ ਦੀ ਤਾਕਤ ਰੱਖਦਾ ਬਚਾਏਗਾ Even there they made a difference. ਔਰ ਇਹ ਹਾਲਾਤਾਂ ਵਿੱਚ ਵੀ ਉਹਨਾਂ ਨੇ ਇੱਕ ਡਿਫਰੈਂਸ ਲਿਆਂਦਾ And the king called them to come out of the fire. ਸੁਣਿਆ ਬਾਦਸ਼ਾਹ ਨੇ ਹੁਕਮ ਦਿੱਤਾ ਅੱਗ ਚੋਂ ਬਾਹਰ ਆ ਜਾਓ There was not even a smell on these boys of the fire. ਔਰ ਉਹਨਾਂ ਦੇ ਬਸਤਰਾਂ ਚੋਂ ਕੱਪੜਿਆਂ ਚੋਂ ਅੱਗ ਦੀ ਕੋਈ ਬਦਬੂ ਨਹੀਂ ਆਈ And the king declared that these boys' God, the Hebrew God, Jehovah, will be the God of all people. ਸੁਣੋ ਰਾਜਾ ਦੈਰਿਸ਼ ਨੇ ਘੋਸ਼ਣਾ ਕੀਤੀ ਕਿ ਇਹਨਾਂ ਦਾ ਖੁਦਾ ਸੱਚਾ ਖੁਦਾ ਹੈ Dare to be different. ਅੱਜ ਤੁਸੀਂ ਵੀ ਕੋਸ਼ਿਸ਼ ਕਰੋ When you- ਹੌਸਲਾ ਕਰੋ ਵੱਖਰੇ ਰਹਿਣ ਦਾ When you stand different for God, He will glorify His name and He will raise you up as well. ਜਦੋਂ ਅਸੀਂ ਆਪਣੇ ਪ੍ਰਭੂ ਲਈ ਖੜੇ ਰਵਾਂਗੇ ਹਰ ਵਾਦੀ ਵਿੱਚ ਘਾਟੀ ਵਿੱਚ ਪ੍ਰਭੂ ਸਾਨੂੰ ਇੱਜ਼ਤ ਦੇਵੇਗਾ And fourthly and lastly, ਚੌਥੀ ਗੱਲ ਔਰ ਅਖੀਰਲੀ ਗੱਲ difference demands a distinct dwelling place. ਔਰ ਅਗਰ ਅਸੀਂ ਡਿਫਰੈਂਸ ਬਣਾਉਣਾ ਹੈ ਤਾਂ ਸਾਡੇ ਲਈ ਇੱਕ ਖਾਸ ਜਗ੍ਹਾ ਹੋਣੀ ਚਾਹੀਦੀ ਜਿਸ ਵਿੱਚ ਅਸੀਂ ਰਹਿ ਕੇ ਖਲੋ ਕੇ ਇਸ ਗੱਲ ਨੂੰ ਪੂਰਾ ਕਰ ਸਕਦੇ ਹਾਂ When you are trying to be different for God, ਜਦੋਂ ਅਸੀਂ ਪ੍ਰਭੂ ਲਈ ਇੱਕ ਵੱਖਰੀ ਤਰ੍ਹਾਂ ਨਾਲ ਖੜੇ ਰਹਿਣਾ ਚਾਹੁੰਦੇ ਹਾਂ God will make a different destiny for you. ਔਰ ਪ੍ਰਭੂ ਸਾਡੀ ਜ਼ਿੰਦਗੀ ਦਾ ਨਿਸ਼ਾਨਾ ਬਦਲ ਦੇਗਾ Look at Ephesians chapter 2 verses 19 to 22. ਅਫਸੀਆਂ ਦੀ ਕਿਤਾਬ ਦੂਸਰਾ ਚੈਪਟਰ 19 ਤੋਂ 22 ਵਰਸ I'm not reading all the scriptures, but I'm just mentioning few things. ਮੈਂ ਸਾਰੇ ਹਵਾਲੇ ਨਹੀਂ ਪੜਾਂਗਾ ਪਰ ਸੁਣੋ Believers are called and separated to live their differences here on earth. ਔਰ ਵਿਸ਼ਵਾਸੀਆਂ ਨੂੰ ਪ੍ਰਭੂ ਨੇ ਆਪਣੇ ਲਈ ਵੱਖਰੇ ਕਰ ਰੱਖਿਆ ਹੈ ਕਿ ਧਰਤੀ ਤੇ ਜ਼ਮੀਨ ਤੇ ਉਹਨਾਂ ਦਾ ਜੀਵਨ ਵੱਖਰਾ ਹੋਵੇ In this particular chapter, in this verse, we see that the Jews and the Gentiles are brought together. ਔਰ ਲਿਖਿਆ ਯਹੂਦੀਆਂ ਨੂੰ ਯੂਨਾਨੀਆਂ ਨੂੰ ਪ੍ਰਭੂ ਨੇ ਇੱਕ ਬਣਾ ਲਿਆ ਹੈ And they are becoming a dwelling place of the Holy Spirit. ਔਰ ਪਵਿੱਤਰ ਆਤਮਾ ਦਾ ਭਵਨ ਬਣ ਗਏ ਨੇ ਮੰਦਿਰ ਬਣ ਗਏ ਨੇ ਯਹੂਦੀ ਔਰ ਯੂਨਾਨੀ There it says from verse number 19, now therefore you are no longer strangers and foreigners, ਹਾਂ ਇਸ ਲਈ ਤੁਸੀਂ ਅਜਨਬੀ ਜਾਂ ਪਰਦੇਸੀ ਨਹੀਂ ਹੋ but fellow citizens with the saints and members of the household of God, ਔਰ ਪਰਮੇਸ਼ਰ ਦੇ ਘਰਾਣੇ ਦੇ ਸੰਤ ਹੋ ਨਾਗਰਿਕ ਹੋ ਵਾਸੀ ਹੋ having been built on the foundation of the apostles and the prophets, ਰਸੂਲਾਂ ਔਰ ਨਬੀਆਂ ਦੀ ਧਰੀਆਂ ਹੋਈਆਂ ਨੀਹਾਂ ਤੇ ਤੁਹਾਡਾ ਜੀਵਨ ਟਿਕਿਆ ਹੋਇਆ ਹੈ and Jesus Christ himself being the chief cornerstone. ਔਰ ਯਿਸੂ ਮਸੀਹ ਉਹ ਖੂੰਜੇ ਦਾ ਪੱਥਰ ਹੈ He says, in whom the whole building being fitted together grows into a holy temple in the ਔਰ Lord. ਜਿਸ ਦੇ ਵਸੀਲੇ ਇੱਕ ਪਰਮੇਸ਼ਰ ਦਾ ਪਵਿੱਤਰ ਭਵਨ ਇੱਕ ਇੱਕ ਕਰਕੇ ਉਸਰਦਾ ਜਾ ਰਿਹਾ ਹੈ Look at the last section. It says, in whom you also are being built together for a dwelling place of God in the Spirit. ਔਰ ਆਤਮਿਕ ਰੀਤੀ ਨਾਲ ਤੁਸੀਂ ਵੀ ਪਰਮੇਸ਼ਰ ਦੇ ਰਹਿਣ ਦੀ ਵਸਣ ਦੀ ਇੱਕ ਮੰਦਿਰ ਹੈਕਲ ਬਣ ਚੁੱਕੇ ਹੋ Paul is talking about building the house of God. ਔਰ ਪਲੂਸ ਗੱਲ ਹੈ ਕਿ ਪਰਮੇਸ਼ਰ ਦੇ ਭਵਨ ਨੂੰ ਖੁਦਾ ਦੇ ਭਵਨ ਨੂੰ ਬਣਾਉਣਾ This is a spiritual building. ਇਹ ਆਤਮਿਕ ਬਿਲਡਿੰਗ ਹੈ The building blocks are different. ਜਿਹੜੇ ਬਲੌਕਸ ਨੇ ਪੱਥਰ ਨੇ ਬਿਲਡਿੰਗ ਨੂੰ ਬਣਾਉਣੇ ਵੱਖ-ਵੱਖ ਨੇ The building stones are different. ਜਿਵੇਂ ਪੱਥਰ ਵੀ ਤਰ੍ਹਾਂ ਤਰ੍ਹਾਂ ਦੇ ਹੁੰਦੇ ਨੇ ਇਮਾਰਤ ਨੂੰ ਬਣਾਉਣ ਲਈ 1 Peter 2:5 tells us they are living stones. ਔਰ ਪਤਰਸ ਦੀ ਕਿਤਾਬ 'ਚ ਲਿਖਿਆ ਕਿ ਕਿਸੇ ਜਿਉਂਦੇ ਪੱਥਰ ਹਾਂ And these stones are cut out from the Jewish rock and from the Gentile rock. ਦੂਸਰੇ ਲਫ਼ਜ਼ਾਂ 'ਚ ਇਹ ਪੱਥਰ ਇਹ ਇੱਟਾਂ ਕੋਈ ਯਹੂਦੀਆ 'ਚੋਂ ਆਏ ਨੇ ਕੋਈ They were ਕੋਈ ਗੈਰ strangers. ਕੌਮ 'ਚੋਂ ਆਏ ਨੇ They were strangers and aliens. ਅਜਨਬੀ ਸਾਂ ਪਰਦੇਸੀ ਸਾਂ ਇਧਰੋਂ ਉਧਰੋਂ ਆਏ ਸਾਂ They were cut out from the wild olive tree. ਔਰ ਜਿਹੜਾ ਇੱਕ ਓਲਿਵ ਟਰੀ ਹੁੰਦਾ ਹੈ ਉਹਦੇ ਜਿਹੜਾ ਸੁਭਾਅ ਹੁੰਦਾ ਉਹਦੇ ਚੋਂ ਕੱਟੇ ਗਏ ਹਨ And they grafted in and cultivated into the correct olive tree. ਔਰ ਅੱਛੇ ਸ਼ਾਨਦਾਰ ਓਲਿਵ ਟਰੀ ਵਿੱਚ ਪਿਓਂਦ ਚੜਾਏ ਗਏ ਹਨ Brothers and sisters, when we live together, ਭੈਣ ਭਰਾਵੋ ਜਦੋਂ ਅਸੀਂ ਮਸੀਹ ਵਿੱਚ ਮਿਲ ਕੇ ਜਿਉਂਦੇ ਹਾਂ though we have differences in our makeup,
ਭਾਵੇਂ ਸਾਡਾ ਜਿਹੜੀ ਬਣਤਰ ਹੈ ਸਾਡੀ ਹੋਂਦ ਹੈ ਇਹਦੇ ਚ ਵੱਖਰਾ ਹਿੱਸਾ ਹੈ You might be an Indian, you might be a Pakistani, you might be a Sri Lankan. ਦੂਸਰੇ ਲਫ਼ਜ਼ਾਂ ਚ ਪ੍ਰਭੂ ਦੇ ਵਿੱਚ ਆਣ ਕੇ ਅਸੀਂ ਪਾਕਿਸਤਾਨੀ ਇੰਡੀਅਨ ਸ਼੍ਰੀਲੰਕਨ You might be a Goan or a Caribbean. ਜਾਂ ਗੋਆ ਚੋਂ ਜਾਂ ਕੈਰੀਬੀਅਨ ਚੋਂ ਆਏ ਹਾਂ Might be British or American or African. ਬ੍ਰਿਟਿਸ਼ ਅਮਰੀਕਨ ਅਫਰੀਕਨਸ No matter which block God is using, ਦੂਸਰੇ ਲਫ਼ਜ਼ਾਂ ਚ ਪ੍ਰਭੂ ਦੀ ਇੱਛਾ ਹੈ ਕਿ ਇਹੋ ਜਿਹਾ ਪੱਥਰ ਆਪਣੀ ਇਮਾਰਤ ਨੂੰ ਬਣਾਉਣ ਲਈ ਇਸਤੇਮਾਲ ਕਰ ਰਿਹਾ ਹੈ He is making one dwelling place. ਔਰ ਵਚਨ ਚ ਲਿਖਿਆ ਬਾਈਬਲ ਚ ਪ੍ਰਭੂ ਆਪਣੇ ਰਹਿਣ ਲਈ ਇੱਕ ਖਾਸ ਜਗ੍ਹਾ ਬਣਾ ਰਿਹਾ ਹੈ What a beautiful and colorful building that will be. Hallelujah. ਕਿੰਨੀ ਸੁੰਦਰ ਕਿੰਨੀ ਖੂਬਸੂਰਤ ਪ੍ਰਭੂ ਦੀ ਇਮਾਰਤ ਦਾ ਭਵਨ ਆਤਮਿਕ ਤੌਰ ਤੇ ਬਣ ਗਿਆ ਹੈ You don't leave your Africanism just because you become part of the block of the building of this church. ਅਸੀਂ ਨਹੀਂ ਛੱਡ ਦਿੰਦੇ ਕਿ ਲੋਕ ਅਫਰੀਕਨ ਹੈ ਇਸ ਕਰਕੇ ਇਹ ਇਮਾਰਤ ਦਾ ਹਿੱਸਾ ਨਹੀਂ ਬਣ ਸਕਦੇ You can still be a Gujarati and be a member of the family of God. ਪਰ ਅਸੀਂ ਗੁਜਰਾਤੀ ਹੋਣ ਦੇ ਬਾਵਜੂਦ ਵੀ ਪਰਮੇਸ਼ਰ ਦੇ ਭਵਨ ਦੀਆਂ ਜਿਹੜੇ ਸਟੋਨ ਹਾਂ You ਬਣ can ਸਕਦੇ still be a Malayali and a Tamil and still be part of the building block of the Holy Spirit of God. ਮਲਿਆਲੀ ਔਰ ਤਾਮਿਲ ਹੋਣ ਦੇ ਬਾਵਜੂਦ ਵੀ ਪਵਿੱਤਰ ਆਤਮਾ ਦੇ ਵਸੀਲੇ ਅਸੀਂ ਪਰਮੇਸ਼ਰ ਦਾ ਭਵਨ ਬਣ ਸਕਦੇ ਹਾਂ Because you are a living stone. ਕਿਉਂਕਿ ਅਸੀਂ ਜਿਉਂਦੇ ਪੱਥਰ ਹਾਂ Different stones are brought and made together as one body. ਔਰ ਪਵਿੱਤਰ ਬਾਈਬਲ ਦੱਸਦੀ ਕਿ ਵੱਖ-ਵੱਖ ਪੱਥਰ ਲਿਆਉਣ ਦੇ ਨਾਲ ਜੋੜ-ਜੋੜ ਕੇ ਪ੍ਰਭੂ ਨੇ ਇੱਕ ਇਮਾਰਤ ਬਣਾ ਲਈ In Revelation chapter 7 verses 9 and 10. ਪ੍ਰਕਾਸ਼ਿਤ ਵਾਕਿਆ 7ਵਾਂ ਚੈਪਟਰ 9 ਔਰ 10 ਵਰਸ We see the verses living differently during the tribulation period. ਔਰ ਕਸ਼ਟ ਦੇ ਸਮੇਂ ਟ੍ਰਿਬੂਲੇਸ਼ਨ ਦੇ ਟਾਈਮ ਵੱਖ-ਵੱਖ ਤਰ੍ਹਾਂ ਨਾਲ ਰਹਿ ਰਹੇ ਲੋਕ Which is saints are marked out for an eternal distinct dwelling place of God in heaven. ਔਰ ਜੋ ਪਰਮੇਸ਼ਰ ਦੇ ਸੰਤ ਨੇ ਉਹਨਾਂ ਨੂੰ ਨਿਸ਼ਾਨਾ ਬਣਾਇਆ ਵੱਖਰੇ ਕਰ ਦਿੱਤਾ ਗਿਆ ਹੈ ਤਾਂ ਕਿ ਉਸ ਭਵਨ ਵਿੱਚ ਜੀ ਸਕਣ This is not one group of people we are seeing in that verse. ਔਰ ਬਾਈਬਲ 'ਚ ਇੱਥੇ ਇੱਕ ਕਸਬੇ ਦੇ ਇੱਕ ਬੋਲੀ ਦੇ ਇੱਕ ਤਰ੍ਹਾਂ ਦੇ ਮੁਲਕ ਦੇ ਲੋਕ ਨਹੀਂ ਲਿਖੇ ਗਏ Look at Revelation 7, 9 and 10 says, After these things I looked and behold a great multitude. ਔਰ ਇਹਨਾਂ ਗੱਲਾਂ ਤੋਂ ਬਾਅਦ ਮੈਂ ਦੇਖਿਆ बहुत वड्डी भीड़ which no one could number. और कोई इंसान उसको गिन नहीं सकता Of all nations, tribes, peoples. हर कौम हर कबीले हर कस्बे हर जगह तो And tongues standing before the throne and before the Lamb. वख-वख बोलियां भाषा जो परमेश्वर दे सिंहासन दे सामने बड़े लोग खड़े ने And clothed with white robes with palm branches in their hands. और खजूर दे वृक्ष दियां टाहनियां और चिट्टे वस्त्र पाए हुए ने कपड़े पाए ने Verse 10 says, and crying out with a loud voice saying, और ऊंची आवाज नाल पुकार रहे ने Salvation belongs to our God. निजात और मुक्ति salvation साडे प्रभु दी वल्लों है प्रभु दी है Who sits on the throne and to the Lamb. जो सिंहासन ते विराजमान है उस लेले दी उस बर्रे दी जो परमेश्वर दा है Brothers and sisters, we're going to see the difference of those who serve God and those who do not serve God. ਉਹਨਾਂ ਨੂੰ ਅਸੀਂ ਵੇਖਾਂਗੇ ਜਿਨ੍ਹਾਂ ਨੇ ਪਰਮੇਸ਼ਰ ਦੀ ਉਪਾਸਨਾ ਕੀਤੀ ਜਿਨ੍ਹਾਂ ਨੇ ਪਰਮੇਸ਼ਰ ਦੀ ਬੰਦਗੀ ਨਹੀਂ The righteous and the unrighteous, you will see the difference. ਉਸ ਦਿਨ ਤੁਸੀਂ ਦੇਖੋਗੇ ਧਰਮੀਆਂ ਤੇ ਕੁਧਰਮੀਆਂ ਵਿੱਚ ਫਰਕ ਡਿਫਰੈਂਸ Let me conclude by saying these few words. ਅਖੀਰ ਵਿੱਚ ਕੁਝ ਲਫ਼ਜ਼ਾਂ 'ਚ ਮੈਂ ਬਿਆਨ ਕਰਾਂਗਾ We're living in a different world with the difficult times. ਅਸੀਂ ਇਸ ਮੁਸ਼ਕਲ ਦੀਆਂ ਘੜੀਆਂ 'ਚੋਂ ਮੁਸ਼ਕਲ ਦੇ ਜ਼ਮਾਨੇ 'ਚੋਂ ਜ਼ਿੰਦਗੀ ਗੁਜ਼ਾਰ ਰਹੇ ਹਾਂ Can we still live with our differences? ਕੀ ਭੈਣੋ ਪ੍ਰਭੂ ਆਪਣੇ ਡਿਫਰੈਂਸ ਹੋਣ ਦੇ ਬਾਵਜੂਦ ਅਸੀਂ ਇੱਕ ਮਿਲ ਕੇ ਰਹਿ ਸਕਦੇ ਹਾਂ My answer is yes, we can live with a difference. ਮੇਰਾ ਜਵਾਬ ਹੈ ਹਾਂ ਅਸੀਂ ਯੈਸ ਰਹਿ ਸਕਦੇ ਹਾਂ Can you live with the difficult people? ਕੀ ਤੁਸੀਂ ਆਕੜਬਾਜ਼ ਬੁਰੇ ਲੋਕਾਂ ਨਾਲ ਤਕੜੇ ਲੋਕਾਂ ਨਾਲ ਰਹਿ ਸਕਦੇ ਹੋ And my answer is yes, we can live with even difficult people. ਹਾਂ ਮੇਰਾ ਜਵਾਬ ਹੈ ਹਾਂ ਮੁਸ਼ਕਲ ਵਾਲੇ ਲੋਕਾਂ ਨਾਲ ਵੀ ਰਹਿ ਸਕਦੇ ਹਾਂ Just because some difficulty happened in your life, you don't have to leave the body of Christ. ਇਹਦਾ ਇਹ ਮਤਲਬ ਨਹੀਂ ਕਿ ਤੁਹਾਡੇ ਜੀਵਨ 'ਚ ਕੁਝ ਮੁਸ਼ਕਲ ਦੀਆਂ ਘੜੀਆਂ ਆ ਗਈਆਂ ਤੁਸੀਂ ਚਰਚ ਨੂੰ ਛੱਡ ਦਿਓ ਜਾਂ ਦੂਰ ਚਲੇ ਜਾਓ Because wherever you go, you're going to face the same problem. ਸੁਣੋ ਜ਼ਿੰਦਗੀ ਜਿੱਥੇ ਵੀ ਜਾਓਗੇ ਇਹ ਮੁਸ਼ਕਲਾਂ ਤੁਹਾਡੇ ਨਾਲ ਰਹਿਣਗੀਆਂ ਇਹਨਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਏਗਾ Living with the differences does not mean ਵੱਖ-ਵੱਖ ਵਿਚਾਰਾਂ ਨਾਲ ਰਹਿਣ ਦਾ ਮਤਲਬ ਇਹ ਨਹੀਂ ਹੈ It does not mean divided living. No. ਕਿ ਸਾਡੇ ਵਿੱਚ ਫੁੱਟ ਪੈ ਜਾਏ ਵੰਡ ਪੈ ਜਾਏ But it means a defined living. That means we know who we are. ਅਸੀਂ ਜਾਣੀਏ ਮਸੀਹ ਦੀ ਏਕਤਾ ਨੂੰ ਕਿ ਅਸੀਂ ਕੌਣ ਹਾਂ ਤੇ ਕਿਸ ਤਰ੍ਹਾਂ ਜੀਣਾ ਹੈ We can know and keep our identity. ਅਸੀਂ ਜਾਣ ਸਕਦੇ ਹਾਂ ਔਰ ਆਪਣੀ ਇਸ ਯੂਨਿਟੀ ਨੂੰ ਬਣਾਏ ਰੱਖ ਸਕਦੇ Living with differences does not mean discrimination. No. ਔਰ ਜਿਹਦਾ ਇਹ ਮਤਲਬ ਨਹੀਂ ਕਿ ਅਸੀਂ ਇੱਕ ਦੂਜੇ 'ਚ ਭਿੰਨ ਭੇਦ ਰੱਖਦੇ ਹਾਂ ਵੀ ਉਹ ਵਧੀਆ ਹੈ ਜੋ ਘਟੀਆ ਉੱਚਾ ਹੈ ਉਹ ਜੋ ਨੀਚਾ ਹੈ But we are developing the unity in diversity. ਪਰ ਇਸ ਭਿੰਨਤਾ ਦੇ ਬਾਵਜੂਦ ਅਸੀਂ ਏਕਤਾ ਨੂੰ ਦਿਖਾ ਰਹੇ ਹਾਂ Everyone contributing through their gifts. ਹਰ ਇੱਕ ਇਨਸਾਨ ਆਪਣੇ ਗਿਫਟ
ਨਿਯਮਤਾ ਦੁਆਰਾ ਆਪਣਾ ਆਪਣਾ ਹਿੱਸਾ ਅਦਾ ਕਰ ਰਿਹਾ ਹੈ। Living with difference does not mean only some people's opinions are valued. No. ਔਰ ਇਹਦਾ ਇਹ ਮਤਲਬ ਨਹੀਂ ਹੁੰਦਾ ਕਿ ਡਿਫਰੈਂਟ ਤਰੀਕੇ ਨਾਲ ਰਹਿਣਾ ਕੁਝ ਲੋਕਾਂ ਦੇ ਵਿਚਾਰ ਮੰਨਣਯੋਗ ਨੇ, ਵਧੀਆ ਨੇ, ਇਸ ਤਰ੍ਹਾਂ ਨਹੀਂ ਹੁੰਦਾ। It means all of us are valued, but we have different opinions, but one goal. ਲੇਕਿਨ ਸਾਡਾ ਨਿਸ਼ਾਨਾ ਇੱਕ ਹੈ, ਸਾਡੇ ਭਾਵੇਂ ਵਿਚਾਰ ਵੱਖਰੇ ਵੱਖਰੇ ਹੋਣ। It does not mean withdrawing from the front line. ਕਿ ਅਸੀਂ ਫਰੰਟ ਲਾਈਨ ਤੋਂ ਦੂਰ ਦੌੜ ਜਾਈਏ, ਇਹਦਾ ਮਤਲਬ ਇਹ ਨਹੀਂ ਹੈ। Do not sacrifice or compromise your differences. ਔਰ ਆਪਣੇ ਡਿਫਰੈਂਸਸ ਦਾ ਕਦੀ ਵੀ ਕਿਸੇ ਦੇ ਨਾਲ ਕੰਪਰੋਮਾਈਜ਼ ਨਹੀਂ ਕਰਨਾ। Instead of going with the flow of the world, ਇਹਦਾ ਮਤਲਬ ਕਿ ਦੁਨੀਆ ਦਾ ਜਿਹੜਾ ਫਲੋ ਹੈ ਉਹਦੇ ਨਾਲ ਚੱਲਣ ਦੇ ਨਾਲ always try to be true to the scriptures ਹਮੇਸ਼ਾ ਪਵਿੱਤਰ ਬਾਈਬਲ ਦੇ ਵਚਨਾਂ ਤੇ ਸੱਚੇ ਠਹਿਰੋ and God's call upon your lives ਔਰ ਪ੍ਰਭੂ ਦਾ ਬੁਲਾਵਾ ਤੁਹਾਡੇ ਜੀਵਨ ਉੱਪਰ ਹੈ and the voice of your own conscience. ਔਰ ਤੁਹਾਡੀ ਆਪਣੀ ਸੁਚੇਤਨਾ ਦੀ ਆਵਾਜ਼ ਤੁਹਾਨੂੰ ਦੱਸ ਰਹੀ ਹੈ। Dare to be different like Joseph and Daniel and Caleb. ਜਿਵੇਂ ਜੋਸਫ, ਡੈਨੀਅਲ, ਕੇਲਬ, ਇਹਨਾਂ ਦੇ ਵਾਂਗਰ ਵੱਖਰੀ ਤਰ੍ਹਾਂ ਦਾ ਆਤਮਾ ਹੋਵੇ। Like Jesus and Paul, ਪ੍ਰਭੂ ਯਿਸੂ ਮਸੀਹ, ਸੰਤ ਪਲੂਸ ਵਾਂਗੂ ਰਹੋ। Timothy and millions of other people. ਤਿਮੋਥੀਅਸ, ਮਿਲੀਅਨ ਜਿਹੜੇ ਪ੍ਰਭੂ ਦੇ ਦਾਸ, ਸੰਤ, ਸੇਵਕ, ਪਾਸਵਾਨ ਹੋਏ ਨੇ। Make sure you show your difference at the same time. Work together for the unity of the body of ਭਾਵੇਂ Christ. ਅਸੀਂ ਵੱਖਰੇ ਹਾਂ ਲੇਕਿਨ ਮਿਲ ਕੇ ਪ੍ਰਭੂ ਦੀ ਬਦਨ ਲਈ, ਦੇਹੀ ਲਈ ਇੱਕ ਕੰਮ ਕਰਦੇ ਹਾਂ। You may have to make some adjustments. ਸ਼ਾਇਦ ਸਾਨੂੰ ਆਪਣੀ ਸੋਚਾਂ ਵਿੱਚ ਕੁਝ ਐਡਜਸਟਮੈਂਟ ਕਰਨ ਦੀ ਲੋੜ ਹੈ। How can a dog and a cat stay in the same cage? ਸੁਣੋ, ਕਿਸ ਤਰ੍ਹਾਂ ਇੱਕ ਕੁੱਤਾ ਤੇ ਬਿੱਲੀ ਇੱਕ ਪਿੰਜਰੇ 'ਚ ਰਹਿ ਸਕਦੇ ਨੇ। They have their differences. ਭਾਵੇਂ ਕੁੱਤਾ ਹੋਰ ਹੈ, ਬਿੱਲੀ ਦੇ ਵਾ ਖਿਆਲ But ਹੋਰ after ਨੇ, a while, in the same cage, they adjust to each other. ਪਰ ਅਸੀਂ ਸੁਣਿਆ ਕਿ ਥੋੜੀ ਦੇਰ ਬਾਅਦ ਉਹ ਦੋਵੇਂ ਇੱਕ ਦੂਜੇ ਨਾਲ ਮਿਲ ਕੇ ਰਹਿ ਸਕਦੇ It ਸਨ। does not mean compromise. ਇਹਦਾ ਮਤਲਬ ਨਹੀਂ ਕਿ ਕੰਪਰੋਮਾਈਜ਼ ਇਹਨਾਂ ਦਾ ਸਮਝੌਤਾ ਸੁਲ੍ਹਾ ਹੈ। In order to live with the different and difficult people, you have to learn to adjust. You have to learn to love the other person. ਔਰ ਦੂਸਰੇ ਲੋਕਾਂ 'ਚ ਰਹਿਣ ਦਾ ਮਤਲਬ ਇਹ ਸਿੱਖੋ ਕਿ ਪਿਆਰ ਨਾਲ ਰਹਿਣ ਦੀ ਕੋਸ਼ਿਸ਼ ਕਰੋ। May God bless you with these words. ਪ੍ਰਭੂ ਆਪਣੇ ਵਚਨ ਦੁਆਰਾ ਤੁਹਾਨੂੰ ਬਹੁਤ ਆਸ਼ੀਸ਼ ਦੇਵੇ। Be different. ਭਾਵੇਂ ਤੁਸੀਂ ਵੱਖਰੇ ਹੋ ਜਾਓ And make sure you never compromise your difference. ਪਰ ਆਪਣੇ ਵੱਖਰੇ ਹੋਣ ਦੇ ਬਾਵਜੂਦ ਆਪਣੇ ਜਿਹੜੀ ਤੁਹਾਡੀ ਸੁਚੇਤਨਾ ਉੱਤੇ ਕੰਪਰੋਮਾਈਜ਼ ਨਹੀਂ ਕਰਨਾ। May God bless you with His words. ਪ੍ਰਭੂ ਤੁਹਾਨੂੰ ਆਪਣੇ ਵਚਨ ਦੇ ਦੁਆਰਾ ਬਲੈਸ ਕਰੇ, ਆਸ਼ੀਸ਼ ਦੇਵੇ। Thank you for listening today. ਧੰਨਵਾਦ ਪ੍ਰਭੂ ਦਾ ਵਚਨ ਸੁਣਿਆ। Have a blessed week. ਔਰ ਪ੍ਰਭੂ ਦੇ ਵਿੱਚ ਤੁਹਾਡਾ ਹਫਤਾ ਅੱਛਾ ਗੁਜ਼ਰੇ। Amen. ਆਮੇਨ ਐਂਡ ਆਮੇਨ। God bless you.